ਧਨ 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 ਜਨ ਆਇਆ, ਜਿਸ ਪ੍ਰਸਾਦ ਸਭ ਜਗਤ ਤਰਾਇਆ। ਜਨ ਆਵਨ ਕਾਇ ਹੈ ਸਵਾਉ, ਜਨ ਕਹਿ ਸੰਗ ਜਿਤਿਆ ਬੈ ਨਾਉ। ਆਪ ਮੁਕਤ ਮੁਕਤ ਕਰੈ ਸੰਸਾਰ, ਨਾਨਕ ਤਿਸ ਜਨ ਕੋ ਸਦਾ ਨਮਸਕਾਰ। ਏਕ ਓੰਕਾਰਾ ਸਤਿਗੁਰੂ ਤੇ ਪ੍ਰਸਾਦ ਸੱਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ, ਵਿਘਨ ਬਨਾਸਨ ਸੋਏ। ਵਾਹਿਗੁਰੂ ਜੀ ਕੀ ਫਤਿਹ ਹੈ, ਵਿਘਨ ਬਨਾਸਨ ਸੋਏ। ਜੁਗੋ ਜੁਗ ਅਟਲ ਚਵਰ ਛਤਰ ਤਖਤ ਦੇ ਮਾਲਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਤਿਨਾਂ ਦੇ ਪਵਿੱਤਰ ਚਰਨਾਂ ਵਿੱਚ ਮਹਾਨ ਪੁਰਸ਼ਾਂ ਦੀ ਚਰਨ ਛੋਹ ਪ੍ਰਾਪਤ ਕਰਕੇ ਪਵਿੱਤਰ ਹੋਈ ਧਰਤੀ 'ਤੇ ਮਹਾਂਪੁਰਸ਼ਾਂ ਦੀ ਯਾਦ ਮਨਾਉਣ ਵਾਸਤੇ ਇਕੱਤਰ ਹੋਈ ਸਾਧ ਸੰਗਤ ਜੀ। ਮਹਾਂਪੁਰਸ਼ਾਂ ਦੀ ਯਾਦ ਮਨਾਉਣ ਵਾਸਤੇ ਜੋ ਪਿਛਲੇ ਸਾਲਾਂ ਦੀ ਤਰ੍ਹਾਂ ਇਸ ਸਾਲ ਵੀ ਸੰਗਤਾਂ ਦਾ ਉਤਸ਼ਾਹ ਹੈ। ਭਾਵੇਂ ਸਮੇਂ ਮੁਤਾਬਕ ਕਲਯੁਗ ਦੇ ਘੋਰ ਸਮੇਂ ਦੇ ਅੰਦਰ ਐਸੇ ਸਮੇਂ ਵਰਤਦੇ ਰਹਿੰਦੇ ਨੇ, ਉਹਨਾਂ ਸਮਿਆਂ ਦੇ ਵਿੱਚ ਵੀ ਗੁਜ਼ਰਨਾ ਪਿਆ ਹੈ। ਕਦੀ ਇਹ ਸਮਾਂ ਤਕਰੀਬਨ 100 ਸਾਲ ਪਹਿਲਾਂ 1918 ਦੇ ਵਿੱਚ ਇਹ ਸਮਾਂ ਇੱਕ ਵਾਰ ਵਰਤਿਆ ਸੀ। ਉਹ ਸਮਾਂ ਸਨ 1920 ਵਿੱਚ ਸਮਾਪਤ ਹੋਇਆ ਸੀ। ਸੋ ਰਹੋ ਵਿਚਾਰ ਮਹਾਂਪੁਰਸ਼ਾਂ ਦੀ ਯਾਦ ਮਨਾਉਣ ਵਾਸਤੇ ਇਕੱਤਰ ਹੋਏ ਹਾਂ। ਮਹਾਂਪੁਰਸ਼ਾਂ ਦੀ ਸਿਫਤ ਸਲਾਹ, ਉਹਨਾਂ ਦੀ ਮਹਿਮਾ ਜੋ ਗੁਰਬਾਣੀ ਨੇ ਕੀਤੀ ਹੈ, ਉਹ ਆਪ ਜੀ ਦੇ ਨਾਲ ਕੁਛ ਵਿਚਾਰਾਂ ਸਾਂਝੀਆਂ ਕਰਨੀਆਂ ਨੇ। ਜਿਨ੍ਹਾਂ ਪੁਰਸ਼ਾਂ ਨੂੰ ਗੁਰਬਾਣੀ ਧੰਨਤਾ ਦਾ ਦਰਜਾ ਦਿੰਦੀ ਹੈ, ਗੁਰੂਆਂ ਪੀਰਾਂ ਮਹਾਂਪੁਰਖਾਂ ਨੇ ਧੰਨਤਾ ਦਾ ਦਰਜਾ ਦਿੱਤਾ ਹੈ। ਸੰਸਾਰ ਦੇ ਲੋਕ ਜੋ ਮਰਜ਼ੀ ਕਹਿੰਦੇ ਰਹਿਣ, ਪਰ ਗੁਰਬਾਣੀ ਨੇ ਉਹਨਾਂ ਨੂੰ ਧੰਨਤਾ ਦਾ ਦਰਜਾ ਦਿੱਤਾ ਹੈ। ਜਿਨ੍ਹਾਂ ਪੁਰਖਾਂ ਨੂੰ ਸਤਿਗੁਰੂ ਜੀ ਨੇ ਬਾਣੀ ਵਿੱਚ ਲਿਖਿਆ ਹੈ, ਹੋਂ ਕੁਰਬਾਨੇ ਜਾਓ ਮਿਹਰਬਾਨਾ, ਹੋਂ ਕੁਰਬਾਨੇ ਜਾਉ, ਹੋਂ ਕੁਰਬਾਨੇ ਜਾਉ ਤਿਨਾਂ ਕੇ ਲੈਣ ਜੋ ਤੇਰਾ ਨਾਮ, ਲੈਣ ਜੋ ਤੇਰਾ ਨਾਮ ਤਿਨਾਂ ਕੇ ਹੋਂ ਸਤ ਕੁਰਬਾਨੇ ਜਾਉ। ਐਸੇ ਪੁਰਖਾਂ ਦੀ ਲੜੀ ਦੇ ਵਿੱਚੋਂ ਦੁਆਬੇ ਦੀ ਧਰਤੀ ਨੂੰ ਤਾਂ ਵੈਸੇ ਹੀ ਮਾਣ ਹੈ। ਵੱਡੇ ਵੱਡੇ ਨਾਮਵਰ ਮਹਾਂਪੁਰਸ਼ ਇਸ ਧਰਤੀ 'ਤੇ ਹੋਏ ਆ। ਦੁਆਬੇ ਦੀ ਧਰਤੀ ਨੂੰ ਵੱਡਾ ਮਾਣ ਹੈ। ਕੰਢੀ ਦੇ ਇਲਾਕੇ ਵਿੱਚ ਜਿੰਨੇ ਮਹਾਂਪੁਰਖ ਇਸ ਹੁਸ਼ਿਆਰਪੁਰ ਦੀ ਧਰਤੀ 'ਤੇ ਕੰਢੀ ਦੇ ਇਲਾਕੇ ਵਿੱਚ ਹੋਏ ਆ, ਸ਼ਾਇਦ ਪੰਜਾਬ ਦੀ ਧਰਤੀ 'ਤੇ ਕਿਤੇ ਹੋਏ ਹੋਣ। ਪਹਾੜੀ ਏਰੀਆ ਸੀ, ਜੰਗਲ ਦਾ ਏਰੀਆ ਸੀ। ਸ਼ਾਂਤ ਵਾਤਾਵਰਨ ਕਰਕੇ, ਵਾਯੂਮੰਡਲ ਸ਼ੁੱਧ ਹੋਣ ਕਰਕੇ ਇਸ ਇਲਾਕੇ ਵਿੱਚ ਸਾਧੂ ਮਹਾਤਮਾ ਬਹੁਤ ਵਿਚਰੇ ਨੇ। ਜੇ ਬਾਬਾ ਫਰੀਦ ਸਾਹਿਬ ਜੀ ਵਰਗੇ, ਜਿਨ੍ਹਾਂ ਦੀ ਗੁਰਬਾਣੀ ਵਿੱਚ ਲਿਖਤ ਹੈ 36 ਵਰਸਾਂ ਇਸ ਦੁਆਬੇ ਦੀ ਧਰਤੀ, ਹੁਸ਼ਿਆਰਪੁਰ ਦੀ ਧਰਤੀ 'ਤੇ ਉਹਨਾਂ ਨੇ ਤਪੱਸਿਆ ਕੀਤੀ ਹੈ। ਔਰ ਪਹਾੜੀ ਦੇ ਇਲਾਕੇ ਵਿੱਚ, ਕੰਢੀ ਦੇ ਇਲਾਕੇ, ਸ਼ਿਵਾਲਿਕ ਦੀਆਂ ਪਹਾੜੀਆਂ ਵਿੱਚ ਕਿਸੇ ਸਮੇਂ 'ਤੇ ਰਾਜਾ ਮਾਲਦੇਵ ਦੀ ਲੜਕੀ ਨੂੰ ਵਿਆਹੁਣ ਵਾਸਤੇ ਗੁਰੂ ਨਾਨਕ ਦੇਵ ਮਹਾਰਾਜ ਆਪਣੇ ਚਰਨਾਂ ਦਾ ਪੌਰਾ ਜਾਣ ਕੇ ਭਰਤਰੀ ਜੀ ਨੂੰ ਵਿਆਹੁਣ ਵਾਸਤੇ ਆਏ ਸਨ। ਉਸ ਲੜਕੀ ਦਾ ਨਾਮ ਸੀ ਮੈਲੀ, ਔਰ ਉਸ ਲੜਕੀ ਦੇ ਨਾਮ 'ਤੇ ਪਿੰਡ ਨਗਰ ਦਾ ਨਾਮ ਪਿਆ ਹੈ। ਉੱਥੇ ਇੱਕ ਮਹਾਂਪੁਰਸ਼ ਹੋਏ ਨੇ ਜਿਨ੍ਹਾਂ ਦਾ ਨਾਮ ਸੀ ਬਾਬਾ ਗੁਲਾਬ ਸ਼ਾਹ ਜੀ। ਬੜੇ ਕਮਾਈ ਵਾਲੇ ਪੁਰਸ਼ ਹੋਏ ਨੇ। ਦੁਨੀਆ ਗੱਲਾਂ ਕਰਦੀ ਹੈ, ਬੜੀ ਔਖੀ ਕਮਾਈ ਹੈ। ਸੰਤ ਬਾਬਾ ਕਰਮ ਸਿੰਘ ਜੀ ਮਹਾਰਾਜ ਹੋਤੀ ਮਰਦਾਨ ਵਾਲੇ, ਜਿਨ੍ਹਾਂ ਦਾ ਜ਼ਿਕਰ ਕੇਵਲ ਹਿੰਦੁਸਤਾਨ ਵਿੱਚ ਨਹੀਂ, ਦੇਸ਼ਾਂ ਵਿਦੇਸ਼ਾਂ ਵਿੱਚ ਵੀ ਜਿਨ੍ਹਾਂ ਦਾ ਨਾਮ ਹੈ, ਉਹਨਾਂ ਦੇ ਚਰਨਾਂ ਵਿੱਚੋਂ ਅਨੇਕਾਂ ਹੀ ਮਹਾਂਪੁਰਖ ਵਰੋਸਾਈ, ਗਿਣਤੀ ਕੋਈ ਨਹੀਂ ਹੈ। ਤਾਰੇ ਗਿਣੇ ਜਾਤ ਹੈ, ਨਾ ਤਾਰੇ ਗਿਣੇ ਜਾਤ ਹੈ।
ਸਾਇੰਸਦਾਨ ਕੋਈ ਤਾਰਿਆਂ ਨੂੰ ਤਾਂ ਗਿਣ ਸਕਦਾ ਹੈ, ਜਿੰਨੇ ਮਹਾਂਪੁਰਸ਼ਾਂ ਨੇ ਤਾਰੇ ਨੇ ਉਹਨਾਂ ਦੀ ਗਿਣਤੀ ਨਹੀਂ ਕੀਤੀ ਜਾ ਸਕਦੀ। ਉਹ ਇੱਕ ਮਹਾਨ ਹਸਤੀ ਜਿਨ੍ਹਾਂ ਦੀ ਜਗ੍ਹਾ 'ਤੇ ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨੇ ਫੌਜ ਦੇ ਵਿੱਚ ਆਪ ਆ ਕੇ ਪਹਿਰਾ ਦਿੱਤਾ ਸੀ। ਉਹ ਬਾਬਾ ਕਰਮ ਸਿੰਘ ਜੀ ਦੇ ਚਰਨਾਂ ਵਿੱਚ ਇੱਕ ਗੁਰਮੁਖ ਨੇ ਜਾ ਕੇ ਨਮਸਕਾਰ ਕੀਤੀ, ਜਿਨ੍ਹਾਂ ਦਾ ਨਾਮ ਸੀ ਗੁਲਾਬ ਸ਼ਾਹ। ਬੇਨਤੀ ਕੀਤੀ, ਪਰਮੇਸ਼ਰ ਦੇ ਨਾਮ ਦੀ ਦਾਤ ਬਖਸ਼ੋ। ਜਿਨ੍ਹਾਂ ਕੋਲ ਭੰਡਾਰੇ ਵਾਧੂ ਹੁੰਦੇ ਨੇ ਦਾਨ ਉਹੀ ਕਰ ਸਕਦੇ ਆ, ਜਿਨ੍ਹਾਂ ਕੋਲ ਕੁਛ ਹੁੰਦਾ ਨਹੀਂ ਦਾਨ ਨਹੀਂ ਕਰ ਸਕਦੇ। ਦਾਨ ਉਹੀ ਪੁਰਸ਼ ਕਰਦਾ ਜਿਹੜਾ ਅਮੀਰ ਹੋਵੇ, ਚਾਹੇ ਪਰਿਪੂਰਨ ਧਾਰਮਿਕ ਅਵਸਥਾ ਵਿੱਚ ਹੋਵੇ ਜਾਂ ਫਿਰ ਧਨ ਦੌਲਤ ਵਿੱਚ ਅਮੀਰ ਹੋਵੇ। ਦੁਨੀਆ ਦਾ ਧਨੀ ਕਿਸੇ ਨੂੰ ਧਨ ਦੇ ਸਕਦਾ ਹੈ, ਕਿਸੇ ਦਾ ਕਾਰਜ ਕਰ ਸਕਦਾ ਹੈ। ਧਾਰਮਿਕ ਅਵਸਥਾ ਵਿੱਚ ਧਨੀ ਹੋਣਾ ਬਹੁਤ ਵੱਡੀ ਮੁਸ਼ਕਲ ਗੱਲ ਹੈ। ਦੁਨਿਆਵੀ ਲੋਕਾਂ ਵਿੱਚ ਧਨੀ ਲੋਕ ਬਹੁਤ ਨੇ। ਹੈਨ ਬਿਰਲੇ ਨਾਹੀ ਕਣੇ ਫੈਲ ਫਕੜ ਸੰਸਾਰ। ਬਹੁਤ ਘੱਟ ਮਹਾਂਪੁਰਖ ਮਿਲਦੇ ਆ ਜਿਹੜੇ ਰੂਹਾਨੀਅਤ ਦੇ ਨਾਲ ਜੁੜੇ ਹੋਏ, ਪਰਮੇਸ਼ਰ ਦੀ ਬੰਦਗੀ ਇਕੱਠੀ ਕਰਕੇ ਉਹ ਥੋੜ੍ਹਾ ਥੋੜ੍ਹਾ ਬੀਜ ਲੋਕਾਂ ਨੂੰ ਵੰਡਣਾ, ਸੰਸਾਰ ਦੇ ਲੋਕਾਂ ਨੂੰ ਦੇਣਾ। ਇੱਕ ਵਾਰੀ ਮਹਾਂਪੁਰਸ਼ ਸੰਤ ਬਾਬਾ ਆਨੰਦ ਸਿੰਘ ਜੀ ਮਹਾਰਾਜ ਨਾਨਕਸਰ ਵਾਲੇ, ਉਹ ਕਿਸੇ ਜਗ੍ਹਾ 'ਤੇ ਬੈਠੇ ਭਜਨ ਕਰਦੇ ਸੀ। ਕਿਸੇ ਨੇ ਆ ਕੇ ਬੇਨਤੀ ਕੀਤੀ, ਮਹਾਰਾਜ ਬਾਹਰ ਇੱਕ ਬੀਬੀ ਰੋ ਰਹੀ ਹੈ। ਬਾਬਾ ਜੀ ਕਹਿੰਦੇ ਰਹਿਣ ਦੇ, ਫਿਰ ਰੋਂਦੀ ਅਸੀਂ ਕੀ ਕਰੀਏ। ਕਹਿੰਦੇ ਮਹਾਰਾਜ ਉਹਦਾ ਲੜਕਾ ਹੈ ਢਿੱਲਾ, ਬਿਮਾਰ ਹੈ, ਉਹ ਰੋਂਦੀ ਹੈ। ਕਹਿੰਦੇ ਭਾਈ ਰੋ ਲੈਣ ਦੇ, ਬੜੀ ਦੁਨੀਆ ਦੁਖੀ ਆ। ਉਹ ਮੋਹਰਿਆਂ ਤਰਕਵਾਦੀ ਗੱਲਾਂ ਕਰਨ ਵਾਲੇ ਕਹਿਣ ਲੱਗਾ ਜੇ ਬੰਦਗੀ ਕਰਨੀ ਹੈ, ਦਿਨ ਰਾਤ ਸੌਣਾ ਹੀ ਨਹੀਂ ਤੇ ਕਿਸੇ ਦਾ ਭਲਾ ਨਹੀਂ ਕਰਨਾ, ਤੇ ਫਿਰ ਇਹਦਾ ਕੀ ਫਾਇਦਾ। ਮਹਾਂਪੁਰਸ਼ਾਂ ਨੇ ਇਹਦਾ ਸਵਾਲ ਦਾ ਜਵਾਬ ਇੱਕ ਦਿੱਤਾ ਉਸ ਨੂੰ, ਗੁਰਮੁਖ ਨੂੰ, ਗੁਰਮੁਖੋ ਜਿਨ੍ਹਾਂ ਕੋਲ ਨਾਮ ਦੀ ਕਮਾਈ ਹੁੰਦੀ ਹੈ ਉਹ ਕਿਸ ਤਰ੍ਹਾਂ ਵਰਤਦੇ ਆ। ਉਹਨਾਂ ਮਹਾਂਪੁਰਖਾਂ ਨੇ ਕਹਿਣ ਲੱਗੇ, ਗੁਰਮੁਖਾ ਜਦੋਂ ਕਦੀ ਕਾਲ ਪੈ ਜਾਵੇ, ਪੁਰਾਣਿਆਂ ਸਮਿਆਂ ਵਿੱਚ ਕਾਲ ਪੈ ਜਾਂਦੇ ਸਨ, ਸੋਕਾ ਪੈ ਜਾਂਦਾ ਸੀ, ਫਸਲ ਹੁੰਦੀ ਨਾ ਸੀ। ਕਹਿੰਦੇ ਜਦੋਂ ਕਦੀ ਕਾਲ ਪੈ ਜਾਵੇ, ਸਿਆਣਾ ਜ਼ਿਮੀਂਦਾਰ ਬੀਜ ਨੂੰ ਨਹੀਂ ਖਾਂਦਾ ਕਦੀ ਵੀ, ਉਹ ਬੀਜ ਸੰਭਾਲ ਕੇ ਰੱਖ ਲੈਂਦਾ, ਆਪਣੀ ਰੋਟੀ ਉਪਜੀਵਕਾ ਕਿਸੇ ਹੋਰ ਢੰਗ ਨਾਲ ਖਾ ਲੈਂਦਾ, ਆਪਣਾ ਨਿਰਵਾਹ ਕਰ ਲੈਂਦਾ, ਪਰ ਬੀਜ ਨੂੰ ਸੰਭਾਲ ਕੇ ਰੱਖਦਾ। ਇਹ ਗੁਰਮੁਖਾ ਨਾਮ ਦਾ ਬੀਜ ਸੰਭਾਲ ਕੇ ਇਕੱਠਾ ਕਰ ਰਹੇ ਆ। ਫਿਰ ਥੋੜ੍ਹਾ ਥੋੜ੍ਹਾ ਜਿਹੜੇ ਪ੍ਰੇਮੀ ਹੋਣਗੇ, ਰੱਬ ਦੀ ਬੰਦਗੀ ਬਾਨ ਪੁਰਖ ਜਗਿਆਸਾ ਰੱਖਦੇ ਹੋਣਗੇ, ਉਹਨਾਂ ਨੂੰ ਵੀ ਥੋੜ੍ਹਾ ਥੋੜ੍ਹਾ ਦਿੱਤਾ ਜਾਂਦਾ। ਜਿਨ੍ਹਾਂ ਕੋਲ ਨਾਮ ਦੀ ਕਮਾਈ ਹੁੰਦੀ ਆ ਉਹ ਨਾਮ ਦੀ ਕਮਾਈ ਵਿੱਚੋਂ ਥੋੜ੍ਹਾ ਥੋੜ੍ਹਾ ਦੇ ਦਿੰਦੇ ਆ। ਜਿਨ੍ਹਾਂ ਕੋਲ ਧਨ ਹੁੰਦਾ ਉਹ ਧਨ ਕਿਸੇ ਨੂੰ ਦੇ ਕੇ ਕਿਸੇ ਦਾ ਕਾਰਜ ਸਾਰ ਸਕਦੇ ਆ। ਦੋ ਹੀ ਪੱਖ ਬਰਕਰਾਰ ਚੱਲਦੇ ਆ। ਬਾਬਾ ਕਰਮ ਸਿੰਘ ਜੀ ਮਹਾਰਾਜ ਕਹਿਣ ਲੱਗੇ, ਭਾਈ ਨਾਮ ਤਾਂ ਦੇਣਾ ਜੇ ਕਮਾਈ ਕਰਨੀ ਹੈ। ਜੇ ਬੀਜ ਲੈ ਕੇ ਜ਼ਿਮੀਂਦਾਰ ਮਿਹਨਤ ਨਾ ਕਰੇ, ਜਿੰਨੀ ਮਰਜ਼ੀ ਚੰਗੀ ਯੂਨੀਵਰਸਿਟੀ ਤੋਂ ਬੀਜ ਲੈ ਆਓ, ਉਹਦੀ ਮਿਹਨਤ ਨਾ ਕਰੋ, ਗੁੱਡ ਗਡਾਈ ਨਾ ਕਰੋ, ਦੇਖਭਾਲ ਨਾ ਕਰੋ, ਉਹ ਫਿਰ ਪੂਰੀ ਪ੍ਰਫੁੱਲਤ ਨਹੀਂ ਹੁੰਦੀ। ਮਹਾਂਪੁਰਸ਼ਾਂ ਤੋਂ ਜਿੱਡੇ ਮਰਜ਼ੀ ਕਮਾਈ ਵਾਲਿਆਂ ਤੋਂ ਨਾਮ ਲੈ ਲਓ, ਮਿਹਨਤ ਆਪ ਕਰਨੀ ਪੈਣੀ ਹੈ। ਜਿੱਦਾਂ ਯੂਨੀਵਰਸਿਟੀ ਵਿੱਚੋਂ ਥੋੜ੍ਹਾ ਜਿਹਾ ਬੀਜ ਉਹ ਦੇ ਦਿੰਦੇ ਆ ਤੇ ਜ਼ਿਮੀਂਦਾਰ ਵਧਾ ਲੈਂਦੇ ਆ। ਕਹਿੰਦੇ ਨਾਮ ਤਾਂ ਦੇਵਾਂਗੇ ਜੇ ਕਮਾਈ ਕਰਨੀ ਹੈ, ਕਮਾਈ ਕਰਦੇ ਨਹੀਂ ਲੋਕ। ਮੋਹਰਿਓਂ ਉਸ ਗੁਰਮੁਖ ਨੇ ਜਵਾਬ ਦਿੱਤਾ, ਕਮਾਈ ਐਸੀ ਕਰਾਂਗੇ ਜਿਹਨੂੰ ਦੁਨੀਆ ਚੇਤੇ ਕਰੂਗੀ। ਔਰ ਬਾਬਾ ਗੁਲਾਬ ਸ਼ਾਹ ਜੀ ਨੇ 12 ਸਾਲ ਪੱਤੇ ਖਾ ਕੇ ਸ਼ਿਵਾਲਕ ਦੀਆਂ ਪਹਾੜੀਆਂ ਵਿੱਚ ਅਸਥਾਨ ਕਾਇਮ ਹੈ। ਸੰਤ ਮਹਾਰਾਜ ਜੀ ਹਰਖੋ ਵਾਲੀ ਉਸ ਪਵਿੱਤਰ ਅਸਥਾਨ 'ਤੇ ਬਹੁਤ ਜਾਇਆ ਕਰਦੇ ਸਨ, ਔਰ ਉਹਨਾਂ ਨਾਲ ਪ੍ਰੇਮ ਵੀ ਉਹਨਾਂ ਦਾ ਬਹੁਤ ਜ਼ਿਆਦਾ ਸੀ। ਬੀਬੀ ਜੀਵੇ ਸ਼ਾਹ ਸੀ ਉਸ ਟਾਈਮ, ਅਤੇ ਉਹਨਾਂ ਦੇ ਸਮੇਂ 'ਤੇ ਉਹ ਵੀ ਵੱਡੀ ਕਮਾਈ ਵਾਲੀ ਪੁਰਖ ਸੀ। ਬਾਬਾ ਗੁਲਾਬ ਸ਼ਾਹ ਜੀ ਦੇ ਚਰਨਾਂ 'ਚੋਂ ਉਹਨਾਂ ਦੀ ਭਤੀਜੀ ਅੱਗੇ ਫਿਰ, ਜਿਹਦਾ ਨਾਮ ਸੀ ਬੀਬੀ ਜੀਵੇ ਸ਼ਾਹ, ਉਹਨਾਂ ਨੇ ਸੰਤ ਮਹਾਰਾਜ ਜੀ ਹਰਖੋ ਵਾਲੀਆਂ ਨੂੰ ਕਿਹਾ ਸੀ, ਮਹਾਰਾਜ ਤੁਸੀਂ ਸਰੀਰ ਨਾ ਛੱਡੋ, ਮੈਂ ਛੱਡ ਦਿੰਦੀ ਹਾਂ। ਮੋਹਰੇ ਮਹਾਂਪੁਰਖ ਕਹਿਣ ਲੱਗੇ, ਬੀਬਾ ਜਿਹੜੇ ਕੰਮ ਅਸੀਂ ਕਰਨੇ ਆ ਉਹ ਸਾਡੇ ਹੀ ਕਰਨ ਯੋਗ ਹੈ, ਬਹੁਤਾ ਵੱਡਾ ਭਾਰ ਹੈ, ਚੱਕਿਆ ਨਹੀਂ ਜਾਣਾ, ਅਸੀਂ ਚੱਕ ਸਕਦੇ ਹਾਂ। ਉਹ ਬੀਬੀ ਨੇ ਫਿਰ
ਅੱਜ ਵੀ ਉੱਥੇ ਅਸਥਾਨ ਬਣਿਆ, ਜਿਹੜਾ ਤੁਸੀਂ ਕਦੀ ਕਿਸੇ ਨੇ ਦਰਸ਼ਨ ਕੀਤੇ ਹੋਣਗੇ। ਉੱਥੇ ਫਿਰ ਬੀਬੀ ਪਹਾੜੀ ਦੇ ਉੱਤੇ ਬੈਠੀ ਰਹੀ ਜਦੋਂ ਮਹਾਂਪੁਰਸ਼ਾਂ ਨੇ ਸਰੀਰ ਛੱਡਿਆ। ਉਹ ਪਹਾੜੀ ਦੇ ਉੱਪਰ ਚੋਟੀ 'ਤੇ ਥੋੜ੍ਹੀ ਜਗ੍ਹਾ ਬਣੀ ਆ। ਉਹਨਾਂ ਨੇ ਬੀਬੀ ਜੀ ਨੂੰ ਬੇਨਤੀ ਕੀਤੀ, ਸੇਵਾਦਾਰਾਂ ਨੇ, ਮਹਾਰਾਜ ਥੱਲੇ ਆ ਜਾਓ ਜੀ। ਕਹਿੰਦੇ ਮਹਾਂਪੁਰਸ਼ਾਂ ਦਾ ਵਿਵਾਨ ਲੰਘਣਾ, ਮੈਂ ਇੱਥੇ ਦਰਸ਼ਨਾਂ ਵਾਸਤੇ ਬੈਠੇ ਹਾਂ। ਜਦੋਂ ਸੰਤ ਮਹਾਰਾਜ ਜੀ ਹਰਖੋ ਵਾਲੀਆਂ ਨੇ ਆਪਣਾ ਪਵਿੱਤਰ ਸਰੀਰ ਤਿਆਗਿਆ, ਉਸ ਵੇਲੇ ਬੀਬੀ ਨੇ ਉੱਥੇ ਬੈਠੀ ਨੇ ਦਰਸ਼ਨ ਕੀਤੇ ਸਨ। ਉਸ ਬੀਬੀ ਦੇ ਚਰਨਾਂ ਵਿੱਚੋਂ ਇੱਕ ਮਹਾਨ ਪੁਰਸ਼ ਦੁਆਬੇ ਦੀ ਧਰਤੀ 'ਤੇ, ਜਿਹੜੇ ਬਹੁਤਾ ਤਾਂ ਦੁਨੀਆ ਵਿੱਚ ਨਹੀਂ ਵਿਚਰੇ, ਪਰ ਜਿਨ੍ਹਾਂ ਦਾ ਜ਼ਿਕਰ ਸੰਤ ਮਹਾਰਾਜ ਜੀ ਹਰਖੋ ਵਾਲੀਏ ਆਪਣੀ ਰਸਨਾ ਤੋਂ ਕਰਦੇ ਹੁੰਦੇ ਸਨ। ਬੜੀ ਔਖੀ ਗੱਲ ਹੈ। ਸੰਤ ਮਹਾਰਾਜ ਜੀ ਕਹਿੰਦੇ ਸੀ, ਕਦੀ ਬਾਬਾ ਬਕਾਲੇ ਸੀ, ਹੁਣ ਬਾਬਾ ਬਿਹਾਲੇ ਆ। ਬੜੀ ਬੰਦਗੀ ਕੀਤੀ ਬਾਬਾ ਬਿਹਾਲੇ ਵਾਲੇ ਬਾਬਾ ਹੀਰਾ ਸਿੰਘ ਜੀ ਨੇ। ਸੰਤ ਮਹਾਰਾਜ ਜੀ ਕਹਿੰਦੇ ਇੱਟਾਂ ਵਿੱਚੋਂ ਜਪਜੀ ਸਾਹਿਬ ਦੇ ਪਾਠ ਦੀ ਆਵਾਜ਼ ਆਉਂਦੀ ਸੀ। ਕਹਿੰਦੇ ਜਦੋਂ ਮੈਂ ਕੰਨ ਲਾ ਕੇ ਭੋਰੇ ਨਾਲ ਸੁਣਿਆ, 2 ਕਿਲੋਮੀਟਰ ਤੋਂ ਕਹਿੰਦੇ ਸਾਡਾ ਸਰੀਰ ਸੁੰਨ ਹੋਣਾ ਸ਼ੁਰੂ ਹੋ ਗਿਆ। ਜਦੋਂ ਜਾ ਕੇ ਬਾਬਾ ਜੀ ਦੇ ਭੋਰੇ ਨਾਲ ਕੰਨ ਲਾਇਆ, ਜਪਜੀ ਸਾਹਿਬ ਦੀ ਆਵਾਜ਼ ਆਵੇ। ਕਹਿੰਦੇ ਸਾਰੀ ਜ਼ਿੰਦਗੀ ਬਾਬਾ ਹੀਰਾ ਸਿੰਘ ਜੀ ਭੋਰੇ ਵਿੱਚ ਹੀ ਰਹੇ। ਬੀਬੀ ਜੀਵੇ ਸ਼ਾਹ ਇੱਕ ਵਾਰ ਉਹਨਾਂ ਦੇ ਅਸਥਾਨ 'ਤੇ ਆਈ। ਆਮ ਦੁਨੀਆ ਦੇ ਨਿੰਦਕ ਲੋਕ, ਇਹਨਾਂ ਨੇ ਕੋਈ ਨੁਕਸ ਲੱਭਣਾ, ਜਿੱਦਾਂ ਕੀੜੀ ਤੇੜ ਵਿੱਚ ਵੜਦੀ ਆ, ਗੇਟ ਰਾਹੀਂ ਨਹੀਂ ਆਉਂਦੇ, ਗੇਟ ਭਾਵੇਂ 20 ਫੁੱਟ ਚੌੜਾ ਰੱਖ ਲਓ, ਕੀੜੀ ਨੇ ਨਹੀਂ ਦੇਖਣਾ ਰਸਤਾ ਕਿੱਧਰ ਹੈ, ਉਹਨੇ ਤੇੜ ਵਿੱਚ ਵੜਨਾ। ਮਨਮੁੱਖਾਂ ਨੇ ਨੁਕਸ ਲੱਭਣੇ ਆ, ਧਾਰਮਿਕ ਪੁਰਖਾਂ ਦੇ ਵੀ ਹੋਰਨਾਂ ਦੇ ਵੀ। ਉਹਨਾਂ ਨੂੰ ਕੋਈ ਇਹਦੇ ਨਾਲ ਮਤਲਬ ਨਹੀਂ ਹੁੰਦਾ। ਪਾਰ ਪਾਪਾਂ ਦਾ ਪਾਰ ਭਾਵੇਂ ਜਿੰਨਾ ਮਰਜ਼ੀ ਚੜ੍ਹ ਜਾਵੇ। ਮਹਾਂਪੁਰਸ਼ ਦੀ ਨਿੰਦਿਆ ਬਹੁਤ ਮਾੜੀ ਹੈ। ਮਹਾਂਪੁਰਸ਼ ਬ੍ਰਹਮ ਗਿਆਨੀ ਦੀ ਨਿੰਦਿਆ ਤਾਂ ਸਭ ਤੋਂ ਮਾੜੀ ਹੈ। ਨਿੰਦਿਆ ਤਾਂ ਨਿੰਦਾ ਭਲੀ ਕਿਸੇ ਕੀ ਨਾਹੀਂ। ਨਿੰਦਾ ਤਾਂ ਕਿਸੇ ਦੀ ਵੀ ਚੰਗੀ ਨਹੀਂ, ਪਰ ਬ੍ਰਹਮ ਦੀ ਨਿੰਦਿਆ ਕਰਨੀ ਬਹੁਤ ਮਾੜੀ ਹੈ। ਉਹ ਬੀਬੀ ਗੋਰੀ ਦੇ ਪੇਟੋਂ ਸੀ। ਬਾਬਾ ਗੁਲਾਬ ਸ਼ਾਹ ਜੀ ਦਾ ਜਿਹੜਾ ਭਰਾ ਸੀ, ਉਹ ਉਧਰੋਂ ਲੈ ਕੇ ਆਇਆ ਸੀ, ਗੋਰੀ ਨਾਲ ਸ਼ਾਦੀ ਕਰਾਈ ਸੀ, ਔਰ ਉਹਦੇ ਔਲਾਦ ਕੋਈ ਨਾ ਸੀ। ਤੇ ਬਾਉ ਨੇ ਬੇਨਤੀ ਕੀਤੀ ਤੇ ਬਾਬਾ ਜੀ ਕਹਿਣ ਲੱਗੇ, 8 ਵਿਆਹ ਕਰਾਏ ਸੀ, 8ਵੇਂ ਵਿਆਹ ਤੇ ਫਿਰ ਜਦੋਂ ਬੇਨਤੀ ਕੀਤੀ, ਕਹਿਣ ਲੱਗੇ ਜਿਹੜੀ ਇਹਦੇ ਪੇਟੋਂ ਪੈਦਾ ਹੋਵੇਗੀ ਬੜੀ ਕਮਾਈ ਵਾਲੀ ਰੂਹ ਹੋਵੇਗੀ। ਉਸ ਬਾਬਾ ਗੁਲਾਬ ਸ਼ਾਹ ਜੀ ਦੇ ਭਰਾ ਦੇ ਘਰ ਫਿਰ ਉਹ ਬੀਬੀ ਜੀਵੇ ਸ਼ਾਹ ਪੈਦਾ ਹੋਈ। ਬੜਾ ਚੌੜਾ ਮੱਥਾ ਸੀ, ਬੜਾ ਸੁੰਦਰ ਸੁਨੱਖਾ ਸਰੀਰ ਸੀ, ਗੋਰੀ ਦੇ ਪੇਟੋਂ ਸੀ, ਔਰ ਉਹ ਬਾਬਾ ਜੀ ਦੇ ਬਿਹਾਲੇ ਨਗਰ ਵਿੱਚ ਆ ਗਈ। 2 ਕਮਰੇ ਸਨ ਬਾਬਾ ਜੀ ਦੇ ਕੋਲ। 2 ਕਮਰਿਆਂ ਵਿੱਚ ਸੇਵਾਦਾਰਾਂ ਨੂੰ ਬਾਬਾ ਜੀ ਨੇ ਕਹਿਣਾ, ਉਹਨਾਂ ਨੂੰ ਵੀ ਜਿੰਦਾ ਬਾਹਰੋਂ ਲਾ ਜਾ ਤੇ ਮੈਨੂੰ ਵੀ ਜਿੰਦਾ ਲਾ ਜਾ, ਤੇ ਸਵੇਰ ਨੂੰ ਆ ਕੇ ਜਿੰਦਾ ਖੋਲ੍ਹਣੀ। ਗੁਰਮੁਖੋ 6 ਮਹੀਨੇ ਬੀਬੀ ਉੱਥੇ ਬਾਬਾ ਜੀ ਦੇ ਬਿਹਾਲੇ ਰਹੀ। ਸਵੇਰ ਨੂੰ ਸੇਵਾਦਾਰ ਨੇ ਜਾ ਕੇ ਜਿੰਦੇ ਖੋਲ੍ਹ ਦੇਣੇ ਤੇ ਸ਼ਾਮ ਨੂੰ ਜਿੰਦੇ ਲਾ ਦੇਣੇ। ਦੁਨੀਆ ਤੋਂ ਵੀ ਮਹਾਂਪੁਰਸ਼ ਇਸ ਗੱਲ ਤੋਂ ਬਚਦੇ ਆ। ਦੁਨੀਆ ਨੇ ਨੁਕਸ ਫੜਨਾ, ਗੁਣ ਤਾਂ ਨਹੀਂ ਫੜਨਾ। ਔਗਣ ਫੜਨ ਦੀ ਮਸ਼ੀਨ ਫਿੱਟ ਹੋਈ ਹੈ ਦੁਨੀਆ ਦੇ ਅੰਦਰ। ਉਹਦੇ ਗੁਣਾਂ 'ਤੇ ਪੋਚਾ ਫੇਰ ਦੇਣਾ। ਔਗਣ ਭਾਵੇਂ ਇੱਕ ਹੋਵੇ, ਗੁਣ ਭਾਵੇਂ ਹਜ਼ਾਰਾਂ ਹੀ ਹੋਣ, ਉਹ ਔਗਣ ਫੜਨਾ, ਬਾਕੀ ਗੁਣਾਂ ਦੀ ਗੱਲਾਂ ਨਹੀਂ ਕਰਨੀਆਂ। ਤੇ ਉਹ ਬੀਬੀ ਜੇ ਥੋੜ੍ਹੇ ਦਿਨ ਜਦੋਂ 6 ਮਹੀਨੇ ਉੱਥੇ ਰਹੀ, ਤੇ 6 ਮਹੀਨਿਆਂ ਤੋਂ ਬਾਅਦ ਬੀਬੀ ਦਾ ਸਰੀਰ ਕਮਜ਼ੋਰ ਹੋ ਗਿਆ। ਤੇ ਇੱਕ ਦਿਨ ਬਾਬਾ ਜੀ ਬਿਹਾਲੇ ਵਾਲਿਆਂ ਨੇ, ਬਾਬਾ ਹੀਰਾ ਸਿੰਘ ਜੀ ਨੇ ਗਲ ਵਿੱਚ ਪੱਲਾ ਪਾ ਕੇ ਬੀਬੀ ਨੂੰ ਬੇਨਤੀ ਕੀਤੀ, ਕਿਉਂਕਿ ਬੀਬੀ ਤੋਂ ਨਾਮ ਦੀ ਦਾਤ ਲਈ ਸੀ। ਔਰ ਬੀਬੀ ਉਹਨਾਂ ਨੂੰ ਸਮਝਾਉਣ ਵਾਸਤੇ, ਜਿੱਦਾਂ ਇੱਕ ਚੰਗਾ ਅਧਿਆਪਕ ਵਿਦਿਆਰਥੀ ਨੂੰ ਸਿਖਾਲਦਾ। ਅਧਿਆਪਕ ਨੇ ਤਾਂ ਊੜਾ ਐੜਾ ਪੜ੍ਹਿਆ ਹੁੰਦਾ, ਜਦ ਬੱਚੇ ਨੂੰ ਪੜ੍ਹਾਉਂਦਾ ਤੇ ਦੁਬਾਰਾ ਫਿਰ ਊੜਾ ਐੜਾ ਕਹਿ ਕੇ ਬੱਚੇ ਨੂੰ ਸਿਖਾਲਦਾ। ਉਹਨੂੰ ਨਹੀਂ ਜ਼ਰੂਰਤ ਹੁੰਦੀ, ਮੋਰੇ ਸੇਵਕਾਂ ਨੂੰ ਸਿਖਾਲਣ ਦੀ ਜ਼ਰੂਰਤ ਹੁੰਦੀ ਆ। ਵੀ ਉਹ ਜਦ ਬੀਬੀ ਨੂੰ ਬੇਨਤੀ ਕੀਤੀ, ਬਾਬਾ ਹੀਰਾ ਸਿੰਘ ਜੀ ਕਹਿਣ ਲੱਗੇ, ਮਹਾਰਾਜ ਤੁਹਾਡਾ ਸਰੀਰ ਬੜਾ ਕਮਜ਼ੋਰ ਹੋ ਗਿਆ, ਪਵਿੱਤਰ ਸਰੀਰ ਹੈ, ਕੀਮਤੀ ਸਰੀਰ ਹੈ, ਅਸੀਂ ਸੇਵਾ ਵਿੱਚ ਤੁਹਾਡੀ ਵਿੱਚ ਹਾਜ਼ਰ ਹਾਂ। ਜਿਹੜੀ ਚੀਜ਼ ਤੁਹਾਡੇ ਸਰੀਰ ਨੂੰ ਚੰਗੀ ਹੈ ਉਹ ਅਸੀਂ ਤੁਹਾਨੂੰ ਹਾਜ਼ਰ ਕਰਦੇ ਹਾਂ, ਵੀ ਇੱਦਾਂ ਸਰੀਰ ਨੂੰ ਕਮਜ਼ੋਰ ਨਾ ਕਰੋ। ਉਸ ਬੀਬੀ ਨੇ ਜਿਹੜੀ ਛੰਨ ਸੀ, 2 ਛੰਨਾਂ ਸੀ ਪਾਈਆਂ ਹੋਈਆਂ, ਛੰਨ ਦੇ ਵਿੱਚ ਪ੍ਰਸ਼ਾਦੇ ਕੱਢ ਕੱਢ ਕੇ ਬਾਬਾ ਹੀਰਾ ਸਿੰਘ ਦੇ ਮੋਹਰੇ ਰੱਖ ਦਿੱਤੇ। 6 ਮਹੀਨੇ ਪ੍ਰਸ਼ਾਦਾ ਨਹੀਂ ਛਕਿਆ। ਦਾਲ ਮਾੜੀ ਮੋਟੀ ਪੀ ਲੈਣੀ ਤੇ ਪ੍ਰਸ਼ਾਦਾ ਚੱਕ ਕੇ ਛੰਨ 'ਚ ਫਸਾ ਦੇਣਾ।
6 ਮਹੀਨਿਆਂ ਬਾਅਦ ਸਾਰੇ ਪ੍ਰਸ਼ਾਦੇ ਮੋਹਰੇ ਰੱਖ ਦਿੱਤੇ। ਕਹਿਣ ਲੱਗੇ ਹੀਰਾ ਸਿਆਂ, ਜਦੋਂ ਘੋੜਾ ਕੋਈ ਲਗਾਮ ਨਾ ਲਵੇ ਤੇ ਉਹਦਾ ਖਾਣਾ ਪੀਣਾ ਬੰਦ ਕਰ ਦਈਦਾ, ਤੇ ਜਦੋਂ ਮਨ ਕਾਬੂ ਨਾ ਰਹੇ ਤੇ ਇਹਦਾ ਖਾਣਾ ਪੀਣਾ ਬੰਦ ਕਰ ਦਈਦਾ, ਫਿਰ ਕਾਬੂ ਵਿੱਚ ਆ ਜਾਂਦਾ। ਇਹ ਜਿੰਨਾ ਵਿੱਚ ਜਿਹਦੀ ਜਾਨ ਹੁੰਦੀ ਆ ਫਿਰ ਇਹ ਦੌੜਾਂ ਲਾਉਂਦਾ। ਕਹਿੰਦੇ ਮਨ ਨੂੰ ਨਿਸਲ ਕਰਨਾ ਤੇ ਖਾਣਾ ਪੀਣਾ ਬੰਦ ਕਰ ਦਿਓ, ਇਹਦੀ ਖੁਰਾਕ ਘਟਾ ਦਿਓ, ਫਿਰ ਇਹ ਦੌੜਦਾ ਨਹੀਂ ਆ ਜਿੱਦਾਂ ਘੋੜਾ ਦੌੜਦਾ ਖਾ ਪੀ ਕੇ। ਜੇ ਉਹ ਘੋੜੇ ਦਾ ਕਹਿੰਦੇ ਖਾਣਾ ਬੰਦ ਕਰ ਦਿਓ, ਘੋੜਾ ਵੀ ਕਮਜ਼ੋਰ ਹੋ ਜਾਂਦਾ, ਉਹ ਵੀ ਦੌੜ ਨੂੰ ਹਟ ਜਾਂਦਾ। ਐਸਾ ਉਪਦੇਸ਼ ਮਹਾਂਪੁਰਸ਼ਾਂ ਨੂੰ ਬਖਸ਼ਿਆ। ਸਾਰੀ ਜ਼ਿੰਦਗੀ ਬਾਬਾ ਹੀਰਾ ਸਿੰਘ ਜੀ ਨੇ ਫਿਰ ਕੁਛ ਨਹੀਂ ਛਕਿਆ। ਜੇ ਕੋਈ ਵਚਨ ਕਮਾਵੇ ਸੰਤਨ ਕਾ, ਕਹਿੰਦੇ ਸਾਧ ਬਣਨਾ ਤਾਂ ਇਦਾਂ ਦਾ ਬਣੀ, ਨਹੀਂ ਤਾਂ ਬਣੀ ਨਾ। 2.5 ਚਮਚੇ ਖੀਰ ਦੇ ਲੈਣੇ 8 ਪਹਿਰਾਂ ਬਾਅਦ, 2 ਚਮਚੇ ਪੂਰੇ ਭਰ ਲੈਣੇ ਤੇ 1 ਅੱਧਾ। ਇੱਕ ਦਿਨ ਉਹਨਾਂ ਨੇ ਕਿਹਾ, ਬਾਬਾ ਜਨਕ ਸਿੰਘ ਜੀ ਸੰਤ ਮਹਾਰਾਜ ਜੀ ਹਰਖੋ ਵਾਲੀਆਂ ਨੂੰ ਭਾਈ ਸਾਹਿਬ ਜੀ ਕਹਿ ਕੇ ਬੁਲਾਉਂਦੇ ਸੀ, ਕਿਉਂਕਿ ਮਹਾਰਾਜ ਉਮਰ ਵਿੱਚ ਛੋਟੇ ਸੀ, ਬਾਬਾ ਜੀ ਵੱਡੇ ਸੀ। ਕਹਿੰਦੇ ਭਾਈ ਸਾਹਿਬ ਆਪਣੇ ਸੇਵਕਾਂ ਨੂੰ ਕਹੀਂ ਸਾਡੀ ਕਣਕ ਬੀਜ ਜਾਣ। ਬਾਬਾ ਜਨਕ ਸਿੰਘ ਜੀ ਬਲਦ ਲੈ ਕੇ ਕਣਕ ਬੀਜਣ ਗਏ, ਨਾਲ ਇੱਕ ਸੇਵਾਦਾਰ ਹੋਰ ਸੀ। ਕਣਕ ਬੀਜਦੇ ਰਹੇ, ਸੇਵਾਦਾਰ ਨਾਲ ਕਹਿੰਦਾ ਬਾਬਿਆਂ ਤੋਂ ਬਦਾਮ ਲੈ ਲਾ, ਖਸਖਸ ਲੈ ਲਾ, ਰਗੜਾ ਲਾ ਲਈਏ। ਬਾਬਾ ਜਨਕ ਸਿੰਘ ਕਹਿਣ ਲੱਗੇ ਮੈਂ ਤੈਨੂੰ ਡੇਰੇ ਜਾ ਕੇ ਛਕਾ ਦੂੰਗਾ, ਬਾਬਿਆਂ ਤੋਂ ਮੈਂ ਮੰਗਣਾ ਕੁਛ ਨਹੀਂ ਆ। ਹਾਲੇ ਗੱਲਾਂ ਹੀ ਕਰਦੇ ਸੀ, ਬਾਬੇ ਅੰਦਰੋਂ ਭੋਰੇ ਚੋਂ ਨਿਕਲੇ, ਬਦਾਮ ਤੇ ਖਸਖਸ ਤੇ ਹੋਰ ਚੀਜ਼ਾਂ ਚੱਕੀਆਂ। ਕਹਿੰਦੇ ਜਨਕ ਸਿਆਂ ਆ ਲਓ, ਫੜੋ, ਇੱਥੇ ਰਗੜਾ ਲਾ ਲਓ। ਦੇਖੋ ਕਿੱਡੇ ਅੰਤਰਜਾਮੀ, ਉਹ ਖੇਤਾਂ 'ਚ ਗੱਲਾਂ ਕਰਦੇ ਆ ਤੇ ਉਹ ਭੋਰੇ ਚੋਂ ਨਿਕਲ ਕੇ ਸਮਾਨ ਕਰਕੇ ਲੈ ਕੇ ਆ ਗਏ। ਬਾਬਾ ਜਨਕ ਸਿੰਘ ਜੀ ਨੇ ਰਗੜਾ ਲਾ ਕੇ 1 ਗਲਾਸ ਬਾਬਾ ਹੀਰਾ ਸਿੰਘ ਜੀ ਵਾਸਤੇ ਲੈ ਕੇ ਗਿਆ। ਬਾਬਾ ਜਨਕ ਸਿੰਘ ਜੀ ਲੈ ਕੇ ਗਏ, ਕਹਿੰਦੇ ਮੈਂ ਨਹੀਂ ਜਨਕ ਸਿੰਘ ਛਕਣਾ, ਇਹ ਮੈਂ ਤਾਂ 2.5 ਚਮਚੇ ਖੀਰ ਦੇ 8 ਪੈਰੀ ਖਾਣਾ, ਮੈਂ ਛਕਣਾ ਨਹੀਂ ਆ। ਉਹ ਮਹਾਂਪੁਰਸ਼ੀ ਮੋਹਰੇ ਬਾਬਾ ਜਨਕ ਸਿੰਘ ਜੀ ਵੀ ਕਮਾਈ ਵਾਲੇ ਸੀ। ਕਹਿਣਗੇ ਬਾਬਾ ਜੀ ਤੁਸੀਂ ਨਹੀਂ ਛਕਣਾ, ਤੇ ਛਕਣਾ ਅਸੀਂ ਵੀ ਨਹੀਂ, ਆ ਪਿਆ ਆ। ਫਿਰ ਛਕ ਲਿਆ, 1 ਗਲਾਸ ਛਕ ਲਿਆ। ਬਾਬਾ ਜਨਕ ਸਿੰਘ ਜੀ ਕਹਿਣ ਲੱਗੇ ਮਹਾਰਾਜ ਤੁਸੀਂ ਤਾਂ 5 ਬੱਸ ਕਰ ਲੈ, ਤੁਹਾਨੂੰ ਕਾਹਦੀ ਡਰ ਆ। ਕਹਿੰਦੇ ਜਨਕ ਸਿੰਘ ਬੱਸ ਤਾਂ ਕਰ ਲੈ, ਔਖੇ ਬੜੇ ਹੋਏ ਆ, ਇਹਨਾਂ ਦਾ ਵਸਾ ਨਹੀਂ ਆ। ਕੁੱਤਾ ਕਿਸੇ ਨੇ ਪਾਲਿਆ ਹੋਵੇ ਕਈ ਵਾਰੀ ਮਾਲਕ ਨੂੰ ਹੀ ਵੱਢ ਦਿੰਦਾ। 5 ਦੂਤ ਵੱਧ ਬੱਸ ਕੀਤੇ, ਕਾਲ ਕੰਠ ਕੁਮਾਰਿਆ, ਜਿਨ ਮਾਰੇ 5 ਸੂਰਬੀਰ, ਐਸੋ ਕੌਣ ਬਲੀ ਰੇ। ਐਸੇ ਮਹਾਂਪੁਰਸ਼ ਜਿਨ੍ਹਾਂ ਨੇ 5 ਨੂੰ ਵੱਸ ਕੀਤਾ, ਉਹਨਾਂ ਦੇ ਕੋਲੋਂ ਬਖਸ਼ਿਸ਼ ਲਈ ਦੀ ਬਾਬਾ ਦਲੀਪ ਸਿੰਘ ਜੀ। ਬਾਬਾ ਦਲੀਪ ਸਿੰਘ ਜੀ ਐਸੇ ਮਹਾਂਪੁਰਖਾਂ ਦੇ ਜਿਨ੍ਹਾਂ ਦਾ ਭੋਰਾ ਹੁਣ ਵੀ ਜਾ ਕੇ ਦੇਖੋ, ਇੱਕ ਭੋਰੇ ਵਿੱਚ ਤਾਂ ਖੜਾ ਹੀ ਹੋ ਸਕਦਾ ਮਸੀਂ ਬੜੀ ਮੁਸ਼ਕਲ ਨਾਲ, ਇੱਕ ਭੋਰਾ ਉਹਦੇ ਵਿੱਚ ਦੋਹਰੇ ਹੋ ਕੇ ਵੜਦੇ। ਔਰ ਕਹਿੰਦੇ ਜਨਕ ਸਿੰਘ ਔਖੇ ਬੜੇ ਹੋਏ ਆ, ਐਡੇ ਐਡੇ ਗੋਡੇ ਸੁੱਜ ਕੇ ਹੋ ਜਾਂਦੇ ਸੀ। 12 ਸਾਲ ਖੜੇ ਹੀ ਰਹੇ, 1 ਲੱਤ ਚੱਕ ਲੈਣੀ ਤੇ 1 ਰੱਖ ਲੈਣੀ, 1 ਲੱਤ ਦੇ ਭਾਰ, ਫਿਰ ਦੂਜੀ ਲੱਤ ਥੱਲੇ ਲਾ ਲੈਣੀ, ਦੂਜੀ ਚੱਕ ਲੈਣੀ। ਇੰਨੀ ਕਮਾਈ ਕੀਤੀ ਉਹਨਾਂ ਦੇ ਚਰਨਾਂ ਵਿੱਚੋਂ। ਬਾਬਾ ਦਲੀਪ ਸਿੰਘ ਜੀ ਮਹਾਰਾਜ ਨੇ ਬਖਸ਼ਿਸ਼ ਲਈ ਕਮਾਈ ਵਾਲੇ ਪੁਰਸ਼ਾਂ ਤੋਂ। ਕਮਾਈ ਵਾਲਿਆਂ ਕੋਲ ਵਧੀਆ ਜਿਹੜੇ ਮਹਾਂਪੁਰਸ਼ ਚੰਗੀ ਯੂਨੀਵਰਸਿਟੀ ਦੇ ਬੀਜ ਵਧੀਆ ਹੁੰਦੇ ਆ, ਕਮਾਈ ਵਾਲਿਆਂ ਦੇ ਜੀਭ ਤੋਂ ਨਿਕਲੇ ਹੋਏ ਬਚਨ ਵੀ ਕਾਟ ਕਰਦੇ ਆ। ਉਹਨਾਂ ਦੀ ਜੀਭ ਤੋਂ ਨਿਕਲਿਆ ਹੋਇਆ ਬਚਨ ਉਸੇ ਵੇਲੇ ਹੀ ਕਾਟ ਕਰ ਜਾਂਦਾ ਕਮਾਈ ਵਾਲੇ ਪੁਰਸ਼ਾਂ ਦਾ, ਦੂਜਿਆਂ ਦਾ ਨਹੀਂ। ਬਾਕੀ ਦੁਨੀਆ ਬੋਲਦੀ ਹੈ ਸਭ ਕੁਛ, ਜਿਹੜਾ ਭਾਂਡਾ ਭਰਿਆ ਹੁੰਦਾ ਉਹਦੇ ਵਿੱਚੋਂ ਜੇ ਕੋਈ ਨਿਕਲੇ ਥੋੜ੍ਹਾ ਬਹੁਤਾ ਲੈ ਵੀ ਜਾਵੇ। ਉਹ ਬਾਬਾ ਦਲੀਪ ਸਿੰਘ ਜੀ ਨੇ ਕਮਾਈ ਕੀਤੀ ਇਸ ਪਵਿੱਤਰ ਸਥਾਨ 'ਤੇ ਬਾਬਾ ਹੀਰਾ ਸਿੰਘ ਜੀ ਦੇ ਬਚਨ ਲੈ ਕੇ। ਔਰ ਕਮਾਈ ਵੀ ਇੰਨੀ ਕੀਤੀ, ਜਦੋਂ ਭੋਰੇ ਵਿੱਚੋਂ ਕੱਢੇ ਰੂਮ ਵਿੱਚ ਲਪੇਟ ਕੇ ਕੱਢੇ, ਕਿਉਂਕਿ ਸਰੀਰ ਅੰਦਰ ਰਹਿਣ ਦੇ ਨਾਲ ਹਨੇਰੇ ਵਿੱਚ ਸਰੀਰ ਫਿਰ ਥੋੜ੍ਹਾ ਸੂਰਜ ਦੀ ਰੋਸ਼ਨੀ ਨਾ ਪੈਣ ਕਾਰਨ ਥੋੜ੍ਹਾ ਪੀਲਾ ਹੋ ਜਾਂਦਾ, ਚਮੜੀ ਵੀ ਥੋੜ੍ਹੀ ਕਮਜ਼ੋਰ ਪੈ ਜਾਂਦੀ ਆ। ਸੂਰਜ ਦੀ ਧੁੱਪ ਜਿਹੜੀ ਆ ਉਹ ਫਿਰ ਸਰੀਰ ਦੀ ਚਮੜੀ ਨੂੰ ਵੀ ਨਰੋਈ ਰੱਖਦੀ ਆ ਤੇ ਉਹਦੇ ਰੰਗ ਦੇ ਵਿੱਚ ਵੀ ਫਰਕ ਰਹਿੰਦਾ। ਉਹ ਬਾਹਰ ਕੱਢ ਕੇ ਫਿਰ ਬਾਬਾ ਜੀ ਕਹਿਣ ਲੱਗੇ ਹੁਣ ਇੰਨੀ ਕਮਾਈ, ਹੁਣ ਤੇਰੀ ਕਮਾਈ ਪੂਰੀ ਹੋ ਗਈ, ਹੁਣ ਤੂੰ ਦਵਾਈ ਬੂਟੀ ਕਰ ਲਿਆ ਕਰ ਉੱਥੇ।
ਉਹ ਬਾਬਾ ਜੀ ਦੇ ਬਚਨ ਦੇ ਨਾਲ ਬਾਬਾ ਦਲੀਪ ਸਿੰਘ ਜੀ ਫਿਰ ਉੱਥੇ ਦਵਾਈ ਬੂਟੀ ਕਰਦੇ ਰਹੇ। ਬੜੇ ਦਇਆਵਾਨ ਸਨ। ਕਈ ਅੰਨੇ ਬੰਦੇ, ਕਈ ਲੰਗੜੇ ਬੰਦੇ, ਕਈ ਲੂਲੇ, ਜਿਨ੍ਹਾਂ ਦਾ ਕੋਈ ਵੀ ਨਹੀਂ ਸੀ। ਬਾਬਾ ਜੀ ਨੂੰ ਕਹਿਣਾ ਮਹਾਰਾਜ ਮੇਰਾ ਕੋਈ ਵੀ ਨਹੀਂ ਜੀ। ਕਹਿੰਦੇ ਮੈਂ ਜੂ ਹੈਗਾ, ਮੈਂ ਜੂ ਹੈਗਾ, ਜਿੰਨਾ ਚਿਰ ਮੈਂ ਆ ਤੈਨੂੰ ਘਬਰਾਉਣ ਦੀ ਜ਼ਰੂਰਤ ਨਹੀਂ ਆ। ਉਹਨੂੰ ਹੱਥਾਂ ਨਾਲ ਉਹਨਾਂ ਦੀਆਂ ਲੱਤਾਂ ਸਾਫ਼ ਕਰਨੀਆਂ, ਹੱਥਾਂ ਨਾਲ ਆਪਣਿਆਂ ਨਾਲ ਮਰੀਜ਼ਾਂ ਦੇ ਜ਼ਖਮ ਠੀਕ ਕਰਨੇ, ਇੰਨੀ ਸੇਵਾ ਕਰਨੀ ਮਰੀਜ਼ਾਂ ਦੀ, ਇੱਕ ਮਰੀਜ਼ ਦੇ ਜ਼ਖਮ ਨਾ ਹਟੇ। ਉਹ ਜਦੋਂ ਕਦੀ ਜਿਹਨੂੰ ਆਰਾਮ ਨਹੀਂ ਸੀ ਆਉਂਦਾ ਹੁੰਦਾ, ਤੇ ਜਦੋਂ ਸੰਤ ਮਹਾਰਾਜ ਜੀ ਹਰਖੋ ਵਾਲੀਆਂ ਨੇ ਆਉਣਾ, ਉਹਨਾਂ ਦੇ ਹੱਥ ਪੁੜੀ ਫੜਾ ਕੇ ਕਹਿਣਾ ਮਹਾਰਾਜ ਇਹਨੂੰ ਦਵਾਈ ਦੇ ਦਿਓ। ਮਹਾਰਾਜ ਦਾ ਹੱਥ ਲਵਾ ਕੇ ਦੇ ਦੇਣਾ ਤੇ ਉਹਨੂੰ ਆਰਾਮ ਆ ਜਾਣਾ। ਜਦੋਂ ਬਾਬਾ ਜੀ ਨੇ ਭੋਰੇ ਚੋਂ ਨਿਕਲ ਕੇ ਆਉਣਾ, ਅੱਧੇ ਮਰੀਜ਼ ਤਾਂ ਦਰਸ਼ਨ ਕਰਕੇ ਰਾਜੀ ਹੋ ਜਾਂਦੇ ਸੀ। ਇੱਕ ਮਰੀਜ਼ ਨੂੰ ਆਰਾਮ ਨਾ ਆਵੇ, ਜਦੋਂ ਆਰਾਮ ਨਾ ਆਵੇ, ਬਾਬਾ ਦਲੀਪ ਸਿੰਘ ਜੀ ਕਹਿਣ ਲੱਗੇ ਭਾਈ ਕੰਮ ਕੀ ਕਰਦਾ ਹੁੰਦਾ ਤੂੰ? ਕਹਿੰਦਾ ਜੀ ਮਹਾਰਾਜ ਮੈਂ ਪਾਠੀ ਹਾਂ। ਕਹਿੰਦੇ ਝੂਠ ਨਾ ਬੋਲੀ, ਸੱਚੋ ਸੱਚ ਦੱਸੀ ਵੀ ਪਾਠ ਕਰਦਾ ਰਿਹਾ ਕਿ ਨਹੀਂ? ਕਹਿੰਦੇ ਆਰਾਮ ਤਾਂ ਆਉਣਾ, ਝੂਠ ਨਾ ਬੋਲੀ। ਕਹਿੰਦਾ ਜੀ ਮੈਂ ਪੈਸੇ ਲੈ ਲੈਂਦਾ ਸੀ, ਪਾਠ ਨਹੀਂ ਕਰਦਾ ਸੀ, ਵਰਕੇ ਉਡਾ ਦਿੰਦਾ। ਕਹਿੰਦੇ ਤਾਂ ਹੀ ਤੈਨੂੰ ਆਰਾਮ ਨਹੀਂ ਆਉਂਦਾ। ਹੁਣ ਤੂੰ ਸੱਚ ਬੋਲਿਆ, ਆਰਾਮ ਆ ਜਾਊਗਾ। ਗਾਹਾਂ ਇਹ ਕੰਮ ਨਹੀਂ ਕਰਨਾ, ਜੀਵਾਂ ਦਾ ਭਲਾ ਕਰਨਾ। ਫਿਰ ਐਸੇ ਪੁਰਖ ਨੂੰ ਰੱਖਣ ਵਾਸਤੇ ਬਾਬਾ ਜੀ ਢਿੱਲੇ ਹੋ ਗਏ। ਬਾਬਾ ਹੀਰਾ ਸਿੰਘ ਜੀ ਇੱਥੇ ਪਹੁੰਚੇ, ਤੇ ਆਪ ਸਾਰੇ ਤਕਰੀਬਨ ਇਹਨਾਂ ਗੱਲਾਂ ਨੂੰ ਜਾਣਦੇ ਹੀ ਹੋ। ਕਿਸੇ ਸਾਧੂ ਦੀ ਸੰਗਤ ਮਿਲ ਜਾਣੀ ਬਹੁਤ ਵੱਡੇ ਭਾਗਾਂ ਦੀ ਨਿਸ਼ਾਨੀ ਹੁੰਦੀ ਆ। ਦਰਸ਼ਨ ਸਾਧ ਮਿਲਿਓ ਬੜ ਭਾਗੀ, ਸਭ ਕਿਲਵੇ ਗਏ ਗਵਾਜਾ। ਸਤਿਗੁਰ ਸਾਹੋ ਪਾਇਆ ਬੜਦਾਣਾ, ਹਰ ਕੀਏ ਬਹੁ ਗੁਣ ਸਾਂਝਾ। ਜਿਨ ਕੋ ਕਿਰਪਾ ਕਰੀ ਜਗ ਜੀਵਨ, ਹਰ ਉਰ ਧਾਰਿਓ ਮਨ ਮਾਝਾ। ਜਿੱਦਾਂ ਧਰਤੀ ਵਿੱਚ ਪਾਣੀ ਹੈ, ਥੱਲੇ ਧਰਤੀ ਸਾਰੀ 'ਚ ਪਾਣੀ ਹੈ, ਪਰ ਮੀਂਹ ਦੀ ਜ਼ਰੂਰਤ ਰਹਿੰਦੀ ਆ। ਗੁਰੂ ਅਰਜਨ ਦੇਵ ਮਹਾਰਾਜ ਨੂੰ ਗੁਰਸਿੱਖਾਂ ਨੇ ਬੇਨਤੀ ਕੀਤੀ ਸੀ, ਮਹਾਰਾਜ ਜਦੋਂ ਬਾਣੀ ਹੈ ਤੇ ਫਿਰ ਸਾਧੂਆਂ ਦੀ ਕੀ ਜ਼ਰੂਰਤ ਹੈ? ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਭਾਈ ਗੁਰਮੁਖੋ, ਧਰਤੀ ਉੱਪਰ ਮੇਘਲਾ ਬਰਸਦਾ ਹੈ, ਕਿਆ ਧਰਤੀ ਮੱਧੇ ਪਾਣੀ ਨਹੀਂ? ਲੋਕਾਂ ਨੂੰ ਮੀਂਹ ਦੀ ਜ਼ਰੂਰਤ ਹੈ, ਧਰਤੀ ਦੇ ਥੱਲੇ ਪਾਣੀ ਹੈ ਨਹੀਂ, ਫਿਰ ਤਾਂ ਧਰਤੀ ਦੇ ਵਿੱਚੇ ਥੱਲੇ ਪਾਣੀ ਬਹੁਤ ਹੈ। ਇਹਨੂੰ ਫਿਰ ਵੀ ਉੱਪਰੋਂ ਠੰਡ ਦੇਣ ਵਾਲਾ, ਬਰਖਾਤ ਕਰਨ ਵਾਲੇ ਬੱਦਲਾਂ ਦੀ ਜ਼ਰੂਰਤ ਹੈ। ਇਸੇ ਤਰ੍ਹਾਂ ਜੀਵਾਂ ਨੂੰ ਸ਼ਾਂਤ ਕਰਨ ਵਾਲੇ ਮਹਾਂਪੁਰਖ, ਕਮਾਈ ਵਾਲੇ ਪੁਰਸ਼ਾਂ ਦਾ ਦਰਸ਼ਨ ਵੀ ਜੀਵਾਂ ਨੂੰ ਸ਼ਾਂਤ ਕਰ ਦਿੰਦਾ। ਸ਼ਾਂਤ ਆਤਮਾ ਵਾਲੇ ਦੇ ਦਰਸ਼ਨ ਕਰ ਲਓ, ਮਨ ਸ਼ਾਂਤ ਹੋ ਜਾਊਗਾ। ਕ੍ਰੋਧੀ ਦੇ ਦਰਸ਼ਨ ਕਰ ਲਓ, ਕ੍ਰੋਧੀ ਨੂੰ ਦੇਖ ਲਓ, ਮਨ ਦੇ ਅੰਦਰ ਕ੍ਰੋਧ ਆ ਜਾਂਦਾ। ਇਹ ਮਹਾਂਪੁਰਸ਼ ਦੀ ਦ੍ਰਿਸ਼ਟੀ ਆ। ਸਤਿਗੁਰੂ ਜੀ ਬਾਣੀ ਵਿੱਚ ਬੜੇ ਬਚਨ ਲਿਖੇ ਆ। ਸਾਧੂਆਂ ਦੇ ਪਰਥਾਏ ਬਿਨ ਗੁਰ ਮੂੜ ਪਏ ਹੈ ਮਨਮੁਖ, ਤੇ ਮੋਹ ਮਾਇਆ ਨਿਤ ਫਾਥਾ। ਤੁਸੀਂ ਤਾਂ ਸਾਰੇ ਸਾਧੂ ਦੀ ਸੰਗਤ ਹੋ, ਪ੍ਰੇਮੀ ਹੋ। ਵੈਸੇ ਜਿਹੜੇ ਸਾਧੂ ਦੀ ਸੰਗਤ ਵਿੱਚ ਨਹੀਂ ਆਉਂਦੇ, ਇਹ ਉਹਨਾਂ ਵਾਸਤੇ ਬਚਨ ਹੈ। ਬਿਨ ਗੁਰ ਮੂੜ ਪਏ ਹੈ ਮਨਮੁਖ, ਤੇ ਮੋਹ ਮਾਇਆ ਨਿਤ ਫਾਥਾ। ਤਿਨ ਸਾਧੂ ਚਰਨ ਨਾ ਸੇਵੈ ਕਬਹੂ, ਤਿਨ ਸਭ ਜਨਮ ਕਾਥਾ। ਉਹਨਾਂ ਦਾ ਸਾਰਾ ਜਨਮ ਬਿਰਥਾ ਹੀ ਚਲੇ ਗਿਆ ਜਿਨ੍ਹਾਂ ਨੇ ਸਾਧੂਆਂ ਦੇ ਚਰਨਾਂ ਦੀ ਸੇਵਾ ਨਹੀਂ ਕੀਤੀ। ਇਹ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਮਹਾਰਾਜ ਦਾ ਵਚਨ ਹੈ ਜੈਤਸਰੀ ਰਾਗ ਦੇ ਅੰਦਰ। ਜਿਨ ਸਾਧੂ ਚਰਨ ਸਾਧ ਭਗ ਸੇਵੇ, ਤਿਨ ਸਫਲਿਓ ਜਨਮ ਸਨਾਥਾ। ਜਿਨ੍ਹਾਂ ਨੇ ਐਸੇ ਕਮਾਈ ਵਾਲੇ ਪੁਰਸ਼ਾਂ ਦੇ ਚਰਨਾਂ ਦੀ ਸੇਵਾ ਕਰ ਲਈ, ਜਨਮ ਸਫਲਾ ਹੋ ਗਿਆ। ਮੋਕੋ ਕੀਜੈ ਦਾਸ, ਦਾਸ ਦਾਸਨ ਕੋ। ਮਹਾਰਾਜ ਦਾਸਾਂ ਦੇ ਦਾਸ ਬਣਾ ਲਓ ਜੀ, ਆਪਣੇ ਦਾਸਾਂ ਦੇ ਦਾਸ ਬਣਾ ਲਓ। ਹਰ ਦਇਆ ਧਾਰ ਜਗਨਾਥਾ, ਹਮ ਅੰਧਲੇ ਗਿਆਨਹੀਨ ਅਗਿਆਨੀ, ਕਿਉਂ ਚਾਲੇ ਮਾਰਗ ਪੰਥਾ। ਹਮ ਅੰਧਲੇ ਕੋ ਗੁਰ ਆਂਚਲ ਦੀਜੇ, ਜਨ ਨਾਨਕ ਚਲੇ ਮਲੰਥਾ। ਪਰਮੇਸ਼ਰ ਦੀ ਮਰਜ਼ਾਦਾ ਨੂੰ ਤੋੜਨ ਵਾਲੇ ਪੁਰਖ। ਇਹ ਹੁਣ ਕਰੋਨਾ ਦਾ ਖਤਰਾ ਉਹਨਾਂ ਨੂੰ ਪਿਆ ਆ ਜਿਨ੍ਹਾਂ ਨੇ ਮਰਜ਼ਾਦਾ ਭੰਗ ਕੀਤੀ ਆ। ਮਹਾਤਮਾ ਲੋਕਾਂ ਦੀ ਮਰਜ਼ਾਦਾ ਪਹਿਲਾਂ ਹੀ ਸਹੀ ਸੀ। ਜਿਹੜੇ ਇਕੱਠੇ ਖਾਂਦੇ ਸੀ ਉਹਨਾਂ ਨੂੰ ਖਤਰਾ ਪਿਆ, ਉਹ ਹੁਣ ਦੌੜੇ ਆ।
ਗੁਰੂ ਘਰ ਤਾਂ ਪਹਿਲਾਂ ਹੀ ਲੰਗਰ ਪੰਗਤਾਂ ਪਹਿਲਾਂ ਹੱਥ ਧਵਾਉਂਦੇ ਸੀ, ਫਿਰ ਪੰਗਤ ਲਾਉਂਦੇ ਸੀ, ਫਿਰ ਦੁਬਾਰਾ ਹੱਥ ਧਵਾਉਂਦੇ ਸੀ। ਜਿਹੜੇ ਸਾਧੂਆਂ ਤੋਂ ਪਰੇ ਹੋ ਕੇ ਆਪਣੀ ਮਨਮਰਜ਼ੀ ਦੇ ਮੁਤਾਬਕ ਇਕੱਠੇ ਹੋ ਕੇ ਖਾਂਦੇ ਸੀ, ਹੱਥ ਧੋਣੇ ਹੀ ਨਹੀਂ, ਐਦਾਂ ਹੀ ਖਾਈ ਜਾਣੇ, ਉਹਨਾਂ ਨੂੰ ਤੰਗੀ ਹੋਈ ਹੈ। ਜਿਹੜੇ ਧਾਰਮਿਕ ਪੱਖ ਵਿੱਚ ਮਹਾਂਪੁਰਖਾਂ ਨੇ, ਸਾਡੇ ਡੇਰੇ ਤਾਂ ਪਹਿਲਾਂ ਹੀ ਨਹੀਂ ਬੰਦਾ ਲੰਗਰ ਵਿੱਚ ਤੀਆ ਵੜਨ ਦਿੰਦੇ ਸੀ, ਅੰਦਰ ਉਹੀ ਬੰਦੇ ਰਹਿਣਗੇ ਲੰਗਰ ਵਿੱਚ ਜਿਹੜੇ ਰਹਿੰਦੇ ਸੀ, ਮੂੰਹ ਬੰਨ੍ਹ ਕੇ ਵਰਤਾਉਂਦੇ ਸੀ। ਸਾਡੇ ਅੱਜ ਵੀ ਹੱਥ ਵਿੱਚ ਭਾਂਡਾ ਨਹੀਂ ਫੜਾਉਂਦੇ। ਹੁਣ ਕਰੋਨਾ ਵਾਲੇ ਕਹਿੰਦੇ ਵੀ ਹੱਥ ਨਾ ਕਿਸੇ ਨਾਲ ਮਿਲਾਓ, ਅਸੀਂ ਹੁਣ ਵੀ ਥਾਲ ਥੱਲੇ ਹੀ ਰੱਖਦੇ ਹਾਂ। ਜਿਨ੍ਹਾਂ ਲੋਕਾਂ ਨੇ ਮਰਜ਼ਾਦਾ ਭੰਗ ਕੀਤੀ, ਖਤਰਾ ਉਹਨਾਂ ਨੂੰ ਹੀ ਆ। ਇਹ 100 ਸਾਲ ਬਾਅਦ ਬਿਮਾਰੀ ਆਈ ਆ। ਜਦੋਂ ਕੋਈ ਵਤਾਰੀ ਪੁਰਸ਼ ਆਉਣਾ ਹੋਵੇ ਫਿਰ ਛਾਣ ਨਾਲ ਲਾਉਂਦੇ ਆ, ਉਹ ਕੂੜਾ ਕਰਕਟ ਕੱਢ ਕੇ ਮਾਰ ਕੇ ਸਿੱਟਦੇ ਆ। ਅਮਰੀਕਾ ਵਿੱਚ ਉਹ ਬੰਦੇ ਜ਼ਿਆਦਾ ਮਰੇ ਜਿਹੜੇ ਸਿਗਰਟਾਂ ਪੀਂਦੇ ਸੀ, ਫੇਫੜੇ ਗਲੇ ਪਏ ਸੀ ਧੂਏ ਦੇ ਨਾਲ। ਇਹ ਗੁਰੂ ਨਾਨਕ ਸਾਹਿਬ ਦੀ ਧਰਤੀ ਆ, ਦੁਨੀਆ ਡਰਾ ਦਿੱਤੀ ਜ਼ਿਆਦਾ, ਇੱਥੇ ਕੋਈ ਵੱਡਾ ਫਰਕ ਨਹੀਂ ਹੈ। ਇਹ ਗੁਰੂ ਨਾਨਕ ਸਾਹਿਬ ਦਾ ਇੱਕ ਹੋਰ ਵੀ ਮੈਂ ਤੁਹਾਨੂੰ ਗੱਲ ਦੱਸਾਂ ਗੁਰਮੁਖੋ, ਗੁਰੂ ਨਾਨਕ ਦੇ ਦਰਬਾਰ ਵਿੱਚ ਮੂੰਹ ਬੰਨ੍ਹ ਕੇ ਨਾ ਆਇਆ ਕਰੋ, ਬਾਹਰ ਬੰਨ੍ਹ ਲਓ। ਰਾਜੇ ਹਰੀਪੁਰ ਦੇ ਰਾਜੇ ਦੀ ਰਾਣੀ ਗੁਰੂ ਅਮਰਦਾਸ ਮਹਾਰਾਜ ਦੇ ਚਰਨਾਂ 'ਚ ਮੂੰਹ ਬੰਨ੍ਹ ਕੇ ਆ ਗਈ ਸੀ। ਇਹ ਉਹੀ ਗੁਰੂ ਅਮਰਦਾਸ ਮਹਾਰਾਜ ਬੈਠੇ ਆ, ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਉਹੀ ਗੁਰੂ ਅਮਰਦਾਸ ਮਹਾਰਾਜ ਆ। ਗੁਰੂ ਅਮਰਦਾਸ ਮਹਾਰਾਜ ਕਹਿੰਦੇ ਆਹ ਕੌਣ ਝੱਲੀ ਗੁਰੂ ਦਰਬਾਰ ਵਿੱਚ ਮੂੰਹ ਬੰਨ੍ਹ ਕੇ ਆ ਗਈ, ਉਸ ਦੇਣ ਹੋ ਗਈ। ਅਗਿਆਨਤਾ ਚਲੋ ਨਹੀਂ ਪਤਾ ਵੱਖਰੀ ਗੱਲ ਹੈ, ਪਰ ਜਦੋਂ ਗੁਰੂ ਦਰਬਾਰ ਵਿੱਚ ਗੁਰੂ ਦੇ ਸਾਹਮਣੇ ਆਈਏ, ਕਦੀ ਜੱਜ ਦੇ ਸਾਹਮਣੇ ਮੂੰਹ ਬੰਨ੍ਹ ਕੇ ਚਲੇ ਜਾਓ, ਬਾਹਰ ਕੱਢ ਦੂਗਾ ਉਹ ਫਿਰ ਸਦੈਣ ਹੋ ਗਈ। ਸੱਚਨ ਸੱਚ ਨੂੰ ਬਾਅਦ ਵਿੱਚ ਵਿਆਹੀ, ਉਹ ਬਾਅਦ ਵਿੱਚ ਜੰਗਲ ਵਿੱਚੋਂ ਫੜ ਕੇ ਲਿਆਂਦੀ। ਫਿਰ ਲੰਮੀ ਚੌੜੀ ਕਥਾ ਹੈ। ਸੰਤ ਬਾਬਾ ਦਲੀਪ ਸਿੰਘ ਜੀ ਬੜੇ ਮਰੀਜ਼ਾਂ ਨੂੰ ਰਾਜੀ ਕੀਤਾ। ਸੰਤ ਮਹਾਰਾਜ ਹਰਖੋ ਵਾਲੀਏ ਜਦੋਂ ਬਾਬਾ ਜੀ ਨੂੰ ਉਮਰ ਬਖਸ਼ੀ, ਕੋਈ ਦੁਨੀਆ ਦਾ ਇਹ ਬੰਦਾ ਗੱਲ ਨਹੀਂ ਕਹਿ ਸਕਦਾ, ਕੋਈ ਦੁਨੀਆ ਵਿੱਚ ਬੰਦਾ ਗੱਲ ਨਹੀਂ ਕਰ ਸਕਦਾ ਵੀ ਜਦ ਤੂੰ ਮਰੂੰਗਾ ਮੈਂ ਤੇਰੇ ਕੋਲ ਹੋਊਂਗਾ, ਕਹਿ ਦੂਗਾ ਕੋਈ ਵੀ। ਦੋ ਪੱਖ ਨੇ ਦੁਨੀਆ ਦੇ ਅੰਦਰ। ਸਮਾਜਿਕ ਪੱਖ ਦੇ ਅੰਦਰ ਵੀ ਬੜੇ ਬੜੇ ਸਾਇੰਸਦਾਨਾਂ ਨੇ ਤਰੱਕੀ ਕੀਤੀ ਹੈ। ਇਹ ਮੋਬਾਈਲ ਜਿਹੜੇ ਬਣਾਏ ਸਾਇੰਸਦਾਨਾਂ ਨੇ ਬਣਾਏ ਆ, ਸੰਤਾਂ ਨੇ ਨਹੀਂ ਬਣਾਏ। ਇਹ ਜਿਹੜੀਆਂ ਹੋਰ ਚੀਜ਼ਾਂ, ਕਾਰਾਂ ਗੱਡੀਆਂ ਜਾਂ ਹੋਰ ਤੁਹਾਨੂੰ ਸੁੱਖ ਦੇ ਸਾਧਨ, ਇਹ ਸਾਇੰਸਦਾਨਾਂ ਨੇ ਬਣਾਏ ਆ, ਮਹਾਂਪੁਰਖਾਂ ਨੇ ਨਹੀਂ ਬਣਾਏ। ਮਹਾਂਪੁਰਖਾਂ ਨੇ ਜਿਹੜੀਆਂ ਚੀਜ਼ਾਂ ਬਣਾਈਆਂ ਗੁਰਮੁਖੋ, ਉਹ ਗੱਲਾਂ ਮਹਾਂਪੁਰਖਾਂ ਦੀਆਂ, ਉਹਨਾਂ ਨਾਲ ਸਾਇੰਸ ਨਹੀਂ ਰਲਦੀ। ਸਾਇੰਸ ਤਾਂ ਬਹੁਤ ਉਰੇ ਦੀ ਗੱਲ ਹੈ। ਸਾਇੰਸ ਕਿਸੇ ਨੂੰ ਕਹਿ ਦੇਵੇ, ਭਾਵੇਂ ਡਾਕਟਰ ਬਹੁਤ ਵੱਡੇ ਕਾਬਲ ਹੋਣ, ਉਹ ਡਾਕਟਰ ਨਹੀਂ ਦੱਸ ਸਕਦਾ ਇਹ ਬੰਦਾ ਕਦੋਂ ਮਰੂਗਾ। ਔਰ ਡਾਕਟਰ ਇਹ ਵੀ ਨਹੀਂ ਦੱਸ ਸਕਦਾ ਕਿ ਜਿਹੜਾ ਮਾਤਾ ਦੇ ਪੇਟ ਵਿੱਚ ਤਾਂ ਦੱਸ ਦੂਗਾ ਵੀ ਲੜਕਾ ਹੈ ਕਿ ਲੜਕੀ ਆ, ਉਹ ਵੀ 95%, 5% ਉਹ ਵੀ ਗਲਤ ਹੋ ਜਾਂਦਾ। ਮਹਾਤਮਾ ਦੱਸ ਦਿੰਦੇ ਜਿਹੜਾ ਬਾਅਦ ਦੇ ਪੇਟ ਵਿੱਚ ਬੱਚਾ ਇਹ ਕੌਣ ਹੈ, ਕੀ ਕਰੂਗਾ ਬਾਹਰ ਆ ਕੇ। ਇਹ ਧਾਰਮਿਕ ਅਵਸਥਾ ਹੈ। ਦੋ ਪੱਖ ਨੇ। ਧਾਰਮਿਕ ਪੱਖ ਦੇ ਅੰਦਰ ਬਖਸ਼ਿਸ਼ ਪ੍ਰਾਪਤ ਕਰਨੀ ਸਭ ਤੋਂ ਔਖੀ ਇਹ ਹੈ, ਬਾਣੀ ਪੜ੍ਹਨੀ, ਪਰਮੇਸ਼ਰ ਦੇ ਨਾਮ ਦੇ ਨਾਲ ਜੁੜਨਾ। ਸਾਰਿਆਂ ਦੀ ਇੱਛਾ, ਜਿੰਨੇ ਤੁਸੀਂ ਬੈਠੇ ਹੋ ਗੁਰਮੁਖੋ, ਜਿਨ੍ਹਾਂ ਨੇ ਅੰਮ੍ਰਿਤ ਛਕਿਆ, ਚੇਤਾ ਰੱਖਿਓ ਇੱਕ ਗੱਲ ਦਾ, ਜਿਹੜੀ ਗੁਰਬਾਣੀ ਆ ਉਹਦੇ ਮੋਹਰੇ ਕੋਈ ਕਿਸੇ ਦਾ ਜਵਾਬ ਨਹੀਂ। ਜੇ ਕਿਸੇ ਦੀ ਆਪਣੀ ਗੱਲ ਹੋਵੇ, ਉਹਦੇ ਮੋਹਰੇ 20 ਸਵਾਲ ਵਾਲੇ ਖੜੇ ਹੋ ਜਾਂਦੇ। ਉਨਾ ਚਿਰ ਕਿਸੇ ਦਾ ਮਨ ਨਹੀਂ ਜੁੜਨਾ, ਭਾਵੇਂ ਜਿੰਨਾ ਚਿਰ ਮਰਜ਼ੀ ਲੱਗੇ ਰਹੋ, ਭਾਵੇਂ ਸਾਰੀ ਜ਼ਿੰਦਗੀ ਲੱਗੇ ਰਹੋ। ਗੁਰੂ ਅਮਰਦਾਸ ਮਹਾਰਾਜ ਦਾ ਇੱਕ ਬਚਨ ਹੈ, ਅੰਦਰੋਂ ਜਿਨ ਕਾ ਮੋਹ ਟੁੱਟਾ ਤਿਨ ਕਾ ਸ਼ਬਦ ਸੱਚੇ ਸਵਾਰਿਆ। ਜਿਨ੍ਹਾਂ ਦੇ ਅੰਦਰੋਂ ਸੰਸਾਰਕ ਮੋਹ ਟੁੱਟ ਗਿਆ, ਜਿਹਦੇ ਅੰਦਰ ਜ਼ਮੀਨ ਬੈਠੀ ਆ, ਭੈਣਾਂ ਭਰਾ ਬੈਠੇ ਆ, ਧੀਆਂ ਪੁੱਤ ਬੈਠੇ ਆ, ਮਾਇਆ ਬੈਠੀ ਆ, ਅੰਦਰ ਜਗ੍ਹਾ ਹੀ ਨਹੀਂ ਹੈ ਨਾਮ ਦੇ ਬੈਠਣੇ ਨੂੰ, ਤਾਂ ਵੀ ਜਗ੍ਹਾ ਕਿੱਥੋਂ ਦੇਵਾਂਗੇ। ਇਹ ਦੋ ਹੀ ਚੀਜ਼ਾਂ, ਇੱਕ ਚੀਜ਼ ਹੈ ਪਰਮੇਸ਼ਰ ਦੇ ਨਾਲ ਜੁੜਨਾ, ਤੇ ਸੰਸਾਰ ਵੱਲ ਨੂੰ ਪਿੱਠ ਕਰਨੀ ਪੈਣੀ ਹੈ। ਸੰਤ ਮਹਾਰਾਜ ਜੀ ਹਰਖੋ ਵਾਲੀਏ, ਉਹਨਾਂ ਦੇ ਸੇਵਕ ਸਨ। ਉਹਨਾਂ ਦੀ ਵੀ ਅੱਜ ਬਰਸੀ ਹੈ। ਬਾਬਾ ਗੁਰਬਚਨ ਸਿੰਘ ਜੀ ਘੋੜਿਆਂ ਵਾਲੇ ਮਾਝੇ ਵਿੱਚ ਉਹਨਾਂ ਦੀ ਡਿਊਟੀ ਲਾਈ ਸੀ, ਤੇ ਉਹਨਾਂ ਨੇ ਕਾਫੀ ਲੰਮਾ ਸਮਾਂ ਮਹਾਰਾਜ ਦੇ ਘੋੜਿਆਂ ਦੀ ਸੇਵਾ ਕੀਤੀ। ਇੱਕ ਉਹਨਾਂ ਦਾ ਭਰਾ ਬਿਮਾਰ ਸੀ, ਤੇ ਸੰਤ ਮਹਾਰਾਜ ਕਹਿਣ ਲੱਗੇ, ਉਹਦਾ ਵੱਡਾ ਇੱਕ ਭਰਾ ਆ ਕੇ ਕਹਿਣ ਲੱਗਾ, ਗੁਰਬਚਨ ਸਿਆਂ ਵੱਡਾ ਭਰਾ ਥੋੜਾ ਸਾਹਾਂ ਤੇ ਆਖਰੀ ਤੇ ਜਾਂ ਮੇਲਾ ਹੀ ਕਰਿਆ, ਦਰਸ਼ਨ ਕਰਿਆ, ਉਹਨੂੰ ਮਿਲ ਲਾ। ਉਹ ਕਹਿਣ ਲੱਗੇ, ਮੈਂ ਤਾਂ ਜਾ ਨਹੀਂ ਸਕਦਾ, ਮਹਾਰਾਜ ਨੂੰ ਪੁੱਛ ਲਾ।
जाके महाराज नूं कहा, महाराज गुरबचन सिंह नूं छुट्टी दे दिओ, उहदा भरा बीमार है, जाके मिल आवे। महापुरख कहण लगे गुरबचन सिंह नूं कह जां साडे नाल मेला रख लवे जां घरदिआं नाल रख लवे। उहने जाके दस दिता। गुरबचन सिंह फिर गया नहीं, उहदा भरा चढ़ाई कर गया। पूरे 1.5 साल बाद बाबा गुरबचन सिंह ने अपने मूँह तो गल सुनाई है। पूरे 1.5 साल बाद अपनी छन विच बैठे सी, जिहड़े परले पासे कच्ची छन है, सेवादार नूं भेजिया, जा गुरबचन सिंह नूं सद के लिया। गुरबचन सिंह, बाबा गुरबचन सिंह कहंदे मैं डर गया, 3 बजे सद्दिया, पता नहीं की गल है। कहंदे जदों मैं छन दे बाहरले पासे गया तो अंदर गल्लां करदे सी। कहंदे जद मैं अंदर गया तो अंदर बंदा मैनूं कोई दिसिया ना, मैं जाके मत्था टेक के बैठ गया। कहंदे गुरबचन सिंह तैनूं असीं एक बार कहा सी भी जां साडे नाल मेला रख ला जां भरावां नाल। कहंदा हाँ जी महाराज। कहंदे आ पिछे तेरा भरा बैठा। कहंदे पिछे मेरा भरा बैठा ते साडी माँ बैठी, एक साडी भूआ कहंदे छोटे हुंदिआं दी मर गई सी, वो भी कहंदा बैठी। कहंदे जदों तेरा जी करे इत्थे आके मिल लिया कर इन्हां नूं। कहंदे वो सारे ही पिछे बैठे। दुनिया की साइंस होर काम कर सकती है, किसी मरे हुए बंदे नूं लिया के गल्लां करा देनियां, महापुरुषां तो बिना गल्लां नहीं होंदियां। जिनको कृपा करी जग जीवन हर ओर धारियो मन माझा, परमेश्वर की दयालता की निशानी है। जिन्हों साधु मिलता, जे रब नाराज है तो साधुआं ते भी वो बंदा साधुआं नूं चंगा ही नहीं कहंदा, वो रब नाराज है उहदे ते। जिन्हां ते रब खुश है वो साधु की संगत में आए आ। जिनको पए दयाल तिन साधु संग पया, अमृत हर का नाम तिनी जनी जप लिया। जिन्होंने परमेश्वर दयाल होया उन्होंने कहते परमेश्वर के साधु की मिलाप होया। जब ते दर्शन पेटे साधु भले दिवस आए। जो मन के अंदर चाह पैदा हो जाए, चलो बई संतां दे दर्शन करके आइए, समझ लो चंगे दिनों की निशानी है। गुरबाणी दसदी है ऐसे महापुरुषों की याद याद तुसी मना रहे हो। नाम कमाई वाले पुरुषों के दर्शन कर लो, मन शांत हो जाता है। ऐसे पुरखों तो जी कह के बुला लो तां भी कहते जम नहीं तलब करता। बाकी तो बहुत दूर की गल है, जेड़े परमेश्वर की सिफत करते हैं उन्होंने जी कह के बुला लो, आओ जी महाराज, बैठो जी महाराज। कहते जम तावी तलब नहीं करता। गुरबाणी पढ़ो। जेड़े संतां की निंदिया करते हैं वो ये गुरबाणी की पंक्ति उन्होंने दस दिओ। तुद सलाहन तिन तन पल्ले नानक का तन सोई, जे को जीओ कहे उन्होंने जम की तलब ना होई। जेड़े तेरी सिफत सलाह करते हैं महाराज, उन्होंने जेड़ा जी कह के जम तो उन्होंने नहीं फड़ता, दूजिया इन्होंने बाकियों ने जम ने की कहना। जेड़े महापुरुषों के नाल रहिंदे उन्होंने जम ने की कहना। जेड़े रब तेरी सिफत सलाह करते हैं उन्होंने जी कह के बुला लवे। अज तो समा ही बिगड़ गया, कट्टड़बाद ज़्यादा भर गया। देवी देवतियां ते उंगलां रखते हैं, गावण तुदनों इंद्र आसन बैठे देवतियां दर नाल। महाराज इंद्र वर्गे देवते होर सारे देवियां देवते तैनूं गाउंदे है, तो जेड़े उन्हां दी निंदिया करते तर जाणगे भी। जेड़े परमेश्वर की सिफत सलाह करते हैं, जेड़े उन्हां दी निंदिया करते देवियां देवतियां दी कहते तर जाणगे। जेड़े तेरी सिफत सलाह करते महाराज उन्होंने जी कह के जम तो उन्होंने नहीं फड़दा। जेड़े निंदिया करके भार ना चक्या करो। ऐसे पुरखों दी कथा सुधी निंदिया करी जाते एक दूजे की, वो तो पापां दे भागी है ही। तो सुनने वाले कन्नां राहीं पापां दे भागी हो जाते। जब मैं किसी की निंदिया सुननी मेरे अंदर भी तो मैल जानी आ। वो जीव राहीं पी जाता तो बाकियां नूं कन्नां राहीं पलाई जाता। वो कथा सुन लो टैलीविजनां ते एक दूजे के उत्ते चिक्कड़ सिटी जाते हैं, ऐ चंगा नहीं, ऐ माड़ा, ऐ चंगा, ऐ माड़ा। गुरबाणी के तर्कां किन्ना समा त्रेते युग दे विच रामायण लिखी आ वाल्मीक जी ने 10,000 साल पहला। कोई साइंसदान दस दे 10,000 साल में किस बंदे ने जन्म लेना, की होना, कोई दसे। और सारा कुछ लिख दिता। रामायण लिखी, अज तक किसी हिंदू ने तर्क नहीं की रामायण ते, जो लिख दिता लिखता। द्वापर युग में भगवान कृष्ण महाराज ने गीता लिखी है, 18 अध्याय लिखे है। कुरुक्षेत्र की जंग दे विच उन्ना चिर जंग रोक दिता। अज तक किसी भी हिंदू ने गीता ते तर्क नहीं की।
ਹਲੇ ਸਾਨੂੰ 500 ਸਾਲ ਦਾ ਹੀ ਨੇੜੇ ਤੇੜੇ ਹੋਇਆ। ਗੁਰਸਿੱਖ ਬਾਣੀ ਤੇ ਉਂਗਲੀਆਂ ਰੱਖੀ ਜਾਂਦੇ ਆ, ਆਪਣੇ ਹੀ ਰੱਖੀ ਜਾਂਦੇ, ਦੂਜਿਆਂ ਨੂੰ ਤਾਂ ਕੀ ਕਹੀਏ। ਜਿਹੜੀ ਢਿੱਡ 'ਚੋਂ ਬਿਮਾਰੀ ਪੈ ਜਾਵੇ ਇਹਦਾ ਇਲਾਜ ਨਹੀਂ ਹੁੰਦਾ, ਬਾਹਰੋਂ ਤਾਂ ਕੋਈ ਦੁਸ਼ਮਣ ਆਵੇ ਉਹਨੂੰ ਰੋਕ ਸਕਦੇ ਹਾਂ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਨਿੰਦਿਆ, ਉਹਦੇ ਤੇ ਉਂਗਲੀਆਂ, ਆਹ ਨਹੀਂ ਚੰਗਾ, ਉਹ ਨਹੀਂ ਚੰਗਾ। ਗੁਰਮੁਖੋ ਪਰਮੇਸ਼ਰ ਦਾ ਨਾਮ ਸਾਧੂ ਦੀ ਸੰਗਤ ਤੋਂ ਬਿਨਾਂ ਨਹੀਂ ਜੀਵ ਜਪ ਸਕਦਾ। ਸੰਸਾਰਕ ਦਾਖਲਾ ਲੈਣਾ ਹੋਵੇ ਤਾਂ ਵੀ ਸਕੂਲੇ ਜਾਣਾ ਪੈਂਦਾ, ਸਮਾਜਿਕ ਪੜ੍ਹਾਈ ਕਰਨੀ ਹੋਵੇ ਤਾਂ ਵੀ ਸਕੂਲੇ ਜਾਣਾ ਪੈਂਦਾ। ਸਕੂਲ, ਯੂਨੀਵਰਸਿਟੀਆਂ, ਬੜੇ ਬੜੇ ਵਿਦਿਆਲੇ ਖੋਲ੍ਹੇ ਆ ਸਮਾਜਿਕ ਸਿੱਖਿਆ ਦੇਣ ਨੂੰ। ਇੱਦਾਂ ਧਾਰਮਿਕ ਸਿੱਖਿਆ ਦੇਣ ਵਾਸਤੇ ਵੱਡੇ ਵੱਡੇ ਮਹਾਤਮਾ, ਬੰਦਗੀਬਾਨ ਪੁਰਖ, ਜਿਨ੍ਹਾਂ ਦੇ ਦਰਸ਼ਨ ਕਰਕੇ ਪਰਮੇਸ਼ਰ ਚੇਤੇ ਆ ਜਾਂਦਾ ਸੀ। ਸੰਤ ਮਹਾਰਾਜ ਬੈਠੇ ਸੀ ਇੱਕ ਵਾਰ ਛੰਨ ਦੇ ਬਾਹਰਲੇ ਪਾਸੇ, ਇੱਕ ਬੰਦੇ ਨੇ ਤੁਰੇ ਜਾਂਦੇ ਨੇ, ਖੜੇ ਨੇ, ਇੱਦਾਂ ਹੱਥ ਛੋੜ ਕੇ ਸਿਰ ਨੀਵਾਂ ਕਰਕੇ ਅੱਗੇ ਨੂੰ ਚਲੇ ਗਿਆ। ਇੱਕ ਵਿੱਚੋਂ ਪ੍ਰੇਮੀ ਕਹਿੰਦਾ, ਜੀ ਮਹਾਰਾਜ ਇਸ ਬੰਦੇ ਨੂੰ ਵੀ ਕੁਛ ਮਿਲ ਜੂਗਾ? ਕਹਿੰਦੇ ਇਹਨੂੰ ਅਗਲੇ ਜਨਮ ਤੁਹਾਡੇ ਵਾਲੀ ਬਿਰਤੀ ਇਹਦੀ ਹੋ ਜੂਗੀ, ਇਹ ਮਿਲ ਜੂਗਾ। ਦੂਰੋਂ ਇੱਕ ਕਿੱਲੇ ਦੀ ਵਿੱਥ ਤੋਂ ਖੜੇ ਹੋ ਕੇ ਨਮਸਕਾਰ ਕਰ ਦਿੱਤੇ। ਐਸੇ ਪੁਰਖਾਂ ਦੀ ਸੰਗਤ, ਐਸੇ ਪੁਰਖਾਂ ਦੀ ਸੰਗਤ ਕਿਸੇ ਨੂੰ ਮਿਲ ਜਾਣੀ। ਬਾਬਾ ਦਲੀਪ ਸਿੰਘ ਜੀ ਨੂੰ ਐਸੇ ਮਹਾਂਪੁਰਖਾਂ ਦੀ ਸੰਗਤ ਮਿਲੀ ਤਾਂ ਜਿਨ੍ਹਾਂ ਨੂੰ ਬਾਬਾ ਹੀਰਾ ਸਿੰਘ ਜੀ, ਜਿਨ੍ਹਾਂ ਨੂੰ ਮਹਾਰਾਜ ਕਹਿੰਦੇ ਸੀ, ਕਹਿੰਦੇ ਬਾਬੇ ਨੇ ਬੰਦਗੀ ਬੜੀ ਕੀਤੀ ਆ, ਪਰ ਭੋਰੇ ਵਿੱਚ ਪੈ ਕੇ ਬਾਬੇ ਨੇ ਸਾਰੀ ਜ਼ਿੰਦਗੀ ਤੀਰਥਾਂ ਦਾ ਗਮਨ ਨਹੀਂ ਕੀਤਾ। ਤੀਰਥ ਐਸੇ ਸਾਧੂਆਂ ਦੀ ਧੂੜੀ ਲੋਚਦੇ, ਐਸੇ ਸਾਧੂਆਂ ਦੇ ਚਰਨਾਂ ਦੀ ਧੂੜੀ ਤੀਰਥ ਲੋਚਦੇ ਆ। ਗੰਗਾ ਜਮਨਾ ਗੋਦਾਵਰੀ ਸੁਰਸਤੀ ਕਰੇ ਉਦਮ ਧੂੜ ਸਾਧੂ ਕੀ ਤਾਈ, ਕਿਲ ਬਿਖ ਪਾਪ ਮੈਲ ਪਰੇ ਹਮਰੇ ਵਿੱਚ ਹਮਰੀ ਮੈਲ ਧੂੜ ਸਾਧੂ ਕੀ ਗਵਾਈ। ਜਿਤਨੀ ਸ੍ਰਿਸ਼ਟ ਤੁਮਰੀ ਮੇਰੇ ਸੁਆਮੀ ਤਿਤਨੀ ਲੋਚੇ ਧੂੜ ਸਾਧੂ ਕੀ ਤਾਈ। ਸਾਰੇ ਸਾਧੂ ਦੀ ਧੂੜੀ ਨੂੰ ਲੋਚਦੇ ਆ। ਇਹ ਬੜੇ ਬੜੇ ਤੀਰਥ ਸਾਧੂ ਦੀ ਧੂੜੀ ਨੂੰ ਲੋਚਦੇ ਆ। ਸੰਤ ਮਹਾਰਾਜ ਜੀ ਹਰਖੋ ਵਾਲੀਏ ਹਰੇਕ ਭਾਦੋਂ ਦੀ ਮੱਸਿਆ ਤੇ ਤਰਨ ਤਾਰਨ ਸਾਹਿਬ ਜਾਇਆ ਕਰਦੇ ਸਨ। ਬਾਬਾ ਈਸ਼ਰ ਸਿੰਘ ਜੀ ਨੇ ਕਿਹਾ, ਰੱਬ ਜੀ ਭਾਦੋਂ ਦੀ ਮੱਸਿਆ ਤੇ ਜਾਇਆ ਕਰ, ਦੁਨੀਆ ਦਾ ਭਲਾ ਹੋਊਗਾ। ਤੀਰਥ ਉੱਥੇ ਜਾ ਕੇ ਮਹਾਰਾਜ ਇਸ਼ਨਾਨ ਕਰਕੇ ਜਲ ਪਵਿੱਤਰ ਕਰਦੇ ਸੀ। ਜਲ ਨੂੰ ਪਵਿੱਤਰ ਕਰਨਾ, ਬ੍ਰਹਮ ਅਵਸਥਾ ਵਾਲਾ ਸਾਧੂ ਚਰਨ ਡੋਬ ਦੇਵੇ, ਸਾਰਾ ਜਲ ਹੀ ਪਵਿੱਤਰ ਹੋ ਜਾਂਦਾ। ਹਰੇਕ ਭਾਦੋਂ ਦੀ ਮੱਸਿਆ ਤਰਨ ਤਾਰਨ ਸਾਹਿਬ ਜਾਣਾ, ਲੰਗਰ ਵੀ ਲਾਉਣਾ, ਤੀਰਥਾਂ ਤੇ ਜਾ ਜਾ ਕੇ ਤੀਰਥਾਂ ਨੂੰ ਪਵਿੱਤਰ ਕਰਨਾ। ਜਿਤਨੇ ਮੰਦਰ ਦੇਵੀ ਥਾਪੇ ਜਿਤਨੇ ਲੋਚੇ ਧੂੜ ਸਾਧੂ ਕੀ ਤਾਈ। ਇਹ ਚੇਤਾ ਨਾ ਭੁੱਲ ਜਾਵੇ, ਧਿਆਨ ਰੱਖਿਆ ਕਰੋ। ਮਹਾਤਮਾ ਪੁਰਸ਼ਾਂ ਦੀ ਸੰਗਤ ਵਿੱਚੋਂ ਬਚਨ ਮਿਲ ਜਾਂਦੇ ਆ, ਅਸੀਂ ਤਾਂ ਸਾਧੂਆਂ ਦੀ ਸੰਗਤ ਵਿੱਚੋਂ ਪ੍ਰਾਪਤੀ ਕੀਤੀ ਹੈ। ਸ਼ਿਵ ਜੀ ਮਹਾਰਾਜ ਨੂੰ ਪਾਰਵਤੀ ਜੀ ਨੇ ਬੇਨਤੀ ਕੀਤੀ, ਪਹਿਲੀ ਗੱਲ ਤਾਂ ਗੁਰਮੁਖੋ ਜਿੰਨੇ ਸਾਧੂ ਦੀ ਸੰਗਤ ਹੈ, ਤੁਸੀਂ ਕਿਸੇ ਵੀ ਦੇਵੀ ਦੇਵਤੇ ਦਾ ਨਾਮ ਲੈਣਾ ਸਤਿਕਾਰ ਦੇ ਨਾਲ ਲਿਆ ਕਰੋ। ਕਮਾਈਆਂ ਵਾਲੇ ਪੁਰਸ਼ ਹੈ, ਜਿਹੜਾ ਕੋਈ ਵੀ ਕਮਾਈ ਕਰਦਾ, ਡੀਸੀ ਹੈ ਉੱਪਰ ਸਾਰਿਆਂ ਤੋਂ, ਐਸਡੀਐਮ ਆ, ਤਹਿਸੀਲਦਾਰ ਆ, ਪੜ੍ਹਾਈ ਪੜ੍ਹ ਕੇ ਜਿਹੜੀ ਮਰਜ਼ੀ ਜਾਤ ਵਾਲਾ ਉੱਤੇ ਬਹਿ ਜਾਵੇ, ਜਦੋਂ ਪੜ੍ਹਾਈ ਹੋ ਜਾਣੀ ਜਿਹੜੀ ਮਰਜ਼ੀ ਜਾਤ ਵਾਲਾ ਬਹਿ ਜਾਵੇ, ਉਹੀ ਦਰਜਾ ਉਹਨੂੰ ਮਿਲ ਜਾਂਦਾ। ਪੜ੍ਹਾਈ ਹੈ ਕੋਈ ਵੀ ਕਰ ਲਵੇ। ਪਾਰਵਤੀ ਜੀ ਨੇ ਸ਼ਿਵ ਜੀ ਨੂੰ ਪੁੱਛਿਆ, ਮਹਾਰਾਜ ਨੂੰ, ਮਹਾਰਾਜ ਕਿਤਨੇ ਕੁ ਤੀਰਥ ਨੇ ਜਿਨ੍ਹਾਂ ਤੀਰਥਾਂ ਦੇ ਜੀਵ ਦਾ ਇਸ਼ਨਾਨ ਕਰਕੇ ਭਲਾ ਹੋ ਜਾਵੇ। ਸ਼ਿਵ ਜੀ ਮਹਾਰਾਜ ਕਹਿਣ ਲੱਗੇ, ਪਾਰਵਤੀ 3 ਕਰੋੜ ਤੀਰਥ ਹੈ। ਉਹ ਕਹਿੰਦੀ, ਮਹਾਰਾਜ ਇੰਨੇ ਤਾਂ ਕਲਯੁਗ ਦੇ ਵਿੱਚ ਉਮਰ ਵੀ ਨਹੀਂ ਹੋਣੀ, ਰੋਜ਼ ਦਾ ਇੱਕ ਤੀਰਥ ਕਰੇ ਤਾਂ ਜੀਵ ਦਾ ਭਲਾ ਹੋ ਜਾਵੇ। ਸ਼ਿਵ ਜੀ ਕਹਿਣ ਲੱਗੇ, ਪਾਰਵਤੀ ਇੱਦਾਂ ਕਰ, ਤੂੰ ਮੰਦਰ ਜਿਹੜੇ ਸ੍ਰੇਸ਼ਟ ਹੈ ਨਾ ਤੀਰਥ, ਉਹਨਾਂ ਨੂੰ ਚੁਣ ਲੈ, ਅਸੀਂ ਉਹਨਾਂ ਨੂੰ ਮਾਨਤਾ ਦੇ ਦਿੰਦੇ। ਉਸ ਵੇਲੇ ਪਾਰਵਤੀ ਜੀ ਨੇ 68 ਤੀਰਥ ਚੁਣੇ ਸੀ। ਇਹਨੂੰ ਲਿਖਿਆ, ਜਿਤਨੇ ਮੰਦਰ ਦੇਵੀ ਥਾਪੇ। ਉਹ 68 ਤੀਰਥਾਂ ਨੂੰ ਸ਼ਿਵ ਜੀ ਮਹਾਰਾਜ ਨੇ ਮਾਨਤਾ ਦੇ ਦਿੱਤੀ, ਜਿਨ੍ਹਾਂ ਦਾ ਜ਼ਿਕਰ ਗੁਰੂ ਗ੍ਰੰਥ ਸਾਹਿਬ ਵਿੱਚ ਹੈ। 68 ਤੀਰਥ ਸਗਲ ਪੁੰਨ ਜੀ ਦਇਆ ਪ੍ਰਵਾਨ। 68 ਤੀਰਥ ਜਾਂ ਸਾਧ ਪਗ ਧਰੇ ਤੈ ਬੈਕੁੰਠ ਜਾਂ ਨਾਮ ਉਚਰੈ। ਐਸੇ ਕਮਾਈ ਵਾਲੇ ਪੁਰਸ਼ ਸੰਤ ਮਹਾਰਾਜ ਜੀ ਹਰਖੋ ਵਾਲੀਆਂ ਵਰਗੇ ਯੁੱਗ ਪੁਰਸ਼, ਜਿਨ੍ਹਾਂ ਦਾ ਦਰਸ਼ਨ ਕਰਕੇ ਹੀ ਬੜੇ ਬੜੇ ਪਾਪੀ ਤਰ ਗਏ। ਉਹਨਾਂ ਦਾ ਦਰਸ਼ਨ ਕਰਕੇ, ਮਹਾਂਪੁਰਸ਼ਾਂ ਦੇ ਦਰਸ਼ਨ ਕਰਕੇ ਪਤਾ ਨਹੀਂ ਕਿੰਨੇ ਕੁ ਜੀਵਾਂ ਦਾ ਉਧਾਰ ਹੋਇਆ। ਕਹਿੰਦੇ ਐਸੇ ਮਹਾਂਪੁਰਸ਼ ਜਿੱਥੇ ਚਰਨ ਰੱਖ ਜਾਣ, ਜਿੰਨਾ ਫਲ 68 ਤੀਰਥਾਂ ਤੋਂ ਮਿਲਣਾ ਉਹਨਾਂ ਇੱਕ ਤੋਂ ਹੀ ਮਿਲ ਜਾਣਾ।
ਇੱਥੇ ਕਿੰਨਾ ਕਿੰਨਾ ਚਿਰ ਆ ਕੇ ਰਹਿੰਦੇ ਹੁੰਦੇ ਸੀ। ਆ ਬਾਬਾ ਰਾਣਾ ਜੀ ਦੀ ਜਗ੍ਹਾ ਹੈ, ਇੱਥੇ ਆ ਕੇ ਮੰਜਾ ਡਾਉਣਾ ਤੇ ਇੱਥੇ ਬਹਿੰਦੇ ਹੁੰਦੇ ਸੀ। ਇੱਥੇ ਕਿੰਨੇ ਕਿੰਨੇ ਦਿਨ ਰਹਿਣਾ ਡਮੇਲੀ ਆ ਕੇ। ਛੇਵੇਂ ਪਾਤਸ਼ਾਹ ਜੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦੇ ਬਚਨ ਨੂੰ ਪੂਰਾ ਕੀਤਾ ਸੰਤ ਮਹਾਰਾਜ ਜੀ ਹਰਖੋ ਵਾਲੀਆਂ ਨੇ। ਛੇਵੇਂ ਪਾਤਸ਼ਾਹ ਜੀ ਮਹਾਰਾਜ ਨੇ ਕਿਹਾ ਸੀ ਡਮੇਲੀ ਨੂੰ ਚਮੇਲੀ ਬਣਾ ਦੇਵਾਂਗੇ। ਅੱਜ ਜਿੰਨੀ ਸੰਗਤ ਬਾਬਾ ਜਵਾਲਾ ਸਿੰਘ ਜੀ ਦੇ ਚਰਨਾਂ ਨਾਲ ਜੁੜੀ ਹੈ, ਸਾਰੇ ਕਹਿੰਦੇ ਡਮੇਲੀ ਵੇ ਸਰੀਰ ਛੱਡਿਆ ਉਹਨਾਂ ਨੇ। ਦੇਖੋ ਕਿੰਨੀ ਉਹਨਾਂ ਦੇ ਮਾਝਾ ਮਾਲਵਾ ਕਿਤੇ ਦੇਸਾਂ ਪ੍ਰਦੇਸਾਂ ਵਿੱਚ ਉਹਨਾਂ ਨੂੰ ਜਾਣਦੀ ਹੈ ਦੁਨੀਆ। ਸਾਰੀ ਦੁਨੀਆ ਜਿੱਥੇ ਜਿੱਥੇ ਸੰਤ ਮਹਾਰਾਜ ਜੀ ਹਰਖੋ ਵਾਲੀਆਂ ਦੀ ਸੰਗਤ ਬੈਠੀ ਹੈ, ਉਹ ਸਾਰੇ ਜਾਣਦੇ ਆ ਵੀ ਉਹਨਾਂ ਨੇ ਪਵਿੱਤਰ ਸਰੀਰ ਡਮੇਲੀ ਗੁਰਦੁਆਰੇ ਛੱਡਿਆ। ਉਹ ਛੇਵੇਂ ਪਾਤਸ਼ਾਹ ਜੀ ਦਾ ਬਚਨ ਬਰਕਰਾਰ ਕਰਤਾ, ਡਮੇਲੀ ਨੂੰ ਚਮੇਲੀ ਬਣਾ ਦੇਵਾਂਗੇ। ਸਾਰੀ ਦੁਨੀਆ ਦੇ ਅੰਦਰ ਡਮੇਲੀ ਦਾ ਨਾਮ ਚਲੇਗਾ। ਮਾਤਾ ਕੌਲਾਂ ਜੀ 6 ਮਹੀਨੇ ਡਮੇਲੀ ਵਿੱਚ ਰਹੇ। ਇੱਥੇ ਸਾਹਿਬ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ ਵੀ ਪਵਿੱਤਰ ਚਰਨ ਇੱਥੇ ਪਾ ਕੇ ਧਰਤੀ ਨੂੰ ਪਵਿੱਤਰ ਕੀਤਾ। ਇੱਕ ਮਹਾਂਪੁਰਸ਼ ਨਹੀਂ, ਪਤਾ ਨਹੀਂ ਕਿੰਨੇ ਕੁ ਮਹਾਂਪੁਰਸ਼, ਮਸਤ ਬਾਬਾ ਗਿਆਨ ਚੰਦ ਜੀ ਬੜੇ ਕਮਾਈ ਵਾਲੇ ਪੁਰਸ਼ ਹਨ। ਮਹਾਰਾਜ ਕਹਿੰਦੇ ਸੀ ਇਹਨਾਂ ਦਾ ਸਾਰੀ ਦੁਨੀਆ ਤੇ ਪਹਿਰਾ, ਕਹਿੰਦੇ ਸਾਡਾ ਜੀਵਾਂ ਦੀ ਕਲਿਆਣ ਤੇ ਪਹਿਰਾ, ਜਿੰਨੀ ਦੁਨੀਆ ਦੀ ਟ੍ਰੈਫਿਕ ਹੈ ਸਾਰੇ ਤੇ ਇਹਨਾਂ ਦਾ ਪਹਿਰਾ, ਬਾਬੇ ਮਸਤਾਂ ਦਾ। ਇੱਥੇ ਹੀ ਬੈਠਦੇ ਸਾਰੀ ਦਿਹਾੜੀ ਬੈਠੇ ਰਹਿਣਾ, ਨਾ ਤਾਂ ਕਿਸੇ ਨੇ ਕਿਰਿਆ ਕਰਦੇ ਦੇਖੇ, ਰੋਟੀ ਪਾਣੀ ਖਾ ਲੈਂਦੇ ਸੀ, ਕਿਰਿਆ ਕਰਦੇ ਕਿਸੇ ਨੇ ਨਹੀਂ ਦੇਖੇ। ਇੱਕ ਵਾਰੀ ਸੰਤ ਮਹਾਰਾਜ ਜੀ ਦੇ ਕੋਲ ਭੱਲੇ ਗੋਂਦਵਾਲ ਵਾਲੇ ਬਾਬਾ ਗੁਰਦਿਆਲ ਸਿੰਘ ਜੀ ਬਹੁਤ ਅਨੰਨ ਸੇਵਕ ਹੈ, ਹੁਣ ਤੱਕ ਵੀ ਉਹ ਸੇਵਾ ਕਰਦੇ ਹਰਖੋਵਾਲ। ਉਹ ਇੱਕ ਕੇਸ ਲੈ ਕੇ ਆਏ ਮਹਾਰਾਜ ਕੋ, ਕਹਿੰਦੇ ਮਹਾਰਾਜ ਲੜਕੀ ਦੀ ਸਹੁਰਿਆਂ ਨਾਲ ਬਣਦੀ ਨਹੀਂ ਹੈ, ਉਹਨਾਂ ਦਾ ਕੇਸ ਚੱਲਦਾ, ਕਿਰਪਾ ਕਰ ਦਿਓ ਮਹਾਰਾਜ ਲੜਕੀ ਦਾ ਮੋਰਚਾ ਫਤਿਹ ਹੋ ਜਾਵੇ। ਮਹਾਰਾਜ ਕਹਿਣ ਲੱਗੇ ਬਾਬਾ ਜੀ ਇਹਨਾਂ ਨੂੰ ਮਸਤਾਂ ਕੋ ਲੈ ਜਾਓ ਡਮੇਲੀ। ਬਾਬਾ ਜੀ ਵਕੀਲ ਸਨ। ਬਾਬਾ ਜੀ ਕਹਿੰਦੇ ਮੈਂ ਮਨ ਵਿੱਚ ਕਿਹਾ ਵੀ ਮਸਤਾਂ ਨੂੰ ਇਹਨਾਂ ਗੱਲਾਂ ਦਾ ਕੀ ਪਤਾ, ਕੋਈ ਚੰਗਾ ਵਕੀਲ ਦੱਸੋ ਜਿੱਥੇ ਜਾ ਕੇ ਆਪਣਾ ਕੇਸ ਕਰਾਈਏ। ਹਲੇ ਬਾਬਾ ਜੀ ਦੇ ਮਨ ਦੇ ਅੰਦਰ ਦੀ ਕੱਟ ਕੱਟ ਕੇ ਅੰਤਰ ਕੀ ਜਾਣ, ਅੰਦਰ ਫੜ ਲੈਣਾ ਉਸੇ ਵੇਲੇ ਗਾਲੇ ਦੇ ਅੰਦਰ ਕੀ ਆ। ਭਾਈ ਸੁਰਜਣ ਸਿੰਘ ਰਾਗੀ ਕੀਰਤਨ ਕੀਤਾ, ਸੰਤ ਮਹਾਰਾਜ ਬੈਠੇ ਸੀ। ਭਾਈ ਅੱਜ ਵੀ ਆਸਾ ਜੀ ਦੀ ਬਾਹਰ ਭਾਈ ਸੁਰਜਣ ਸਿੰਘ ਵਰਗੀ ਕੋਈ ਟੁੰਡੇ ਅਸਰਾਜ ਦੀ ਧੁਨ ਨਹੀਂ ਲਾ ਸਕਿਆ। ਅੱਜ ਉਹਦੀ ਨਕਲ ਕਰਦੀ ਹੈ ਦੁਨੀਆ, ਪਰ ਸੁਰਜਣ ਸਿੰਘ ਵਰਗੀ ਨਕਲ ਕੋਈ ਟੁੰਡੇ ਅਸਰਾਜ ਦੀ ਧੁਨ ਨਹੀਂ ਲਾ ਸਕਿਆ। ਉੱਦਾਂ ਕਹਿੰਦੇ ਆ ਬਹੁਤ, ਟੁੰਡੇ ਅਸਰਾਜ ਦੀ ਧੁਨ ਦੇ ਉੱਤੇ ਉਹ ਭਾਈ ਸੁਰਜਣ ਸਿੰਘ ਨੇ ਗਾਇਆ। ਉਹਨੇ ਕੀਰਤਨ ਕੀਤਾ, ਮਹਾਰਾਜ ਬੈਠੇ ਸੀ ਸੰਤ ਮਹਾਰਾਜ ਜੀ ਹਰਖੋ ਵਾਲੀਏ, ਬਾਬਾ ਗੁਰਬਚਨ ਸਿੰਘ ਜੀ ਨੇ ਬਚਨ ਸੁਣਾਇਆ। ਕੀਰਤਨ ਦੀ ਸਮਾਪਤੀ ਹੋਈ, ਮਹਾਰਾਜ ਬਹਿ ਗਏ। ਬੈਠ ਕੇ ਕਹਿਣ ਲੱਗੇ ਜਾਂ ਸੁਰਜਣ ਸਿੰਘ ਨੂੰ ਸੱਦ ਕੇ ਲਿਆ। ਅੱਖਾਂ ਤੋਂ ਦਿਸਦਾ ਨਹੀਂ ਸੀ ਭਾਈ ਸੁਰਜਣ ਸਿੰਘ ਜੀ ਬਹੁਤ, ਇਹ ਵੀ ਕੇਸਟ ਉਹਨਾਂ ਨੇ ਭਰਾਈ ਨਾ ਸੀ, ਚੋਰੀ ਕੇਸਟ ਭਰ ਲਈ ਉਹਨਾਂ ਦੀ ਆਸਾ ਜੀ ਦੀ ਵਾਰ। ਉਹਨੇ ਭਰਾਈ ਨਹੀਂ, ਕੋਈ ਕੇਸਟ ਕੱਢੀ ਨਹੀਂ ਉਹਨਾਂ ਨੇ, ਉਦੋਂ ਸੀ ਵੀ ਨਹੀਂ, ਤਾਂ ਜੇ ਭਰੀ ਤਾਂ ਕਿਸੇ ਨੇ ਚੋਰੀ ਭਰ ਲਈ ਆਸਾ ਜੀ ਦੀ ਵਾਰ। ਕਹਿੰਦੇ ਸੁਰਜਣ ਸਿੰਘ ਨੂੰ ਸੱਦ ਕੇ ਲਿਆ। ਜਾਂ ਸੁਰਜਣ ਸਿੰਘ ਨੂੰ ਸੱਦ ਕੇ ਲਿਆਏ। ਮਹਾਰਾਜ ਕਹਿੰਦੇ ਸੁਰਜਣ ਸਿਆ ਅੱਜ ਤੇਰੇ ਕੀਰਤਨ ਵਿੱਚੋਂ ਹਉਮੈ ਦੀ ਬੋ ਆਉਂਦੀ ਸੀ, ਦਿਸਦਾ ਨਹੀਂ ਸੀ। ਕਹਿੰਦਾ ਮਹਾਰਾਜ ਤੁਹਾਡੇ ਚਰਨ ਕਿੱਥੇ ਹੈ ਜੀ? ਨਾਲ ਦੇ ਨੂੰ ਕਹਿੰਦਾ ਮੈਨੂੰ ਚਰਨ ਫੜਾ ਇਹਨਾਂ ਦੇ। ਉਹਨਾਂ ਦੇ ਚਰਨਾਂ ਤੇ ਡਿੱਪਿਆ, ਅੱਖਾਂ 'ਚ ਪਾਣੀ ਭਰ ਕੇ ਕਹਿੰਦਾ ਮਹਾਰਾਜ ਮੈਂ ਜਦੋਂ ਕੀਰਤਨ ਕਰਨ ਲੱਗਾ ਸੀ ਮੇਰੇ ਮਨ ਵਿੱਚ ਸੀ ਮੇਰੇ ਵਰਗਾ ਕੀਰਤਨ ਨਹੀਂ ਕਰਦਾ ਕੋਈ। ਅੰਦਰੋਂ ਹਉਮੈ ਕੱਢ ਕੇ ਬਾਹਰ ਰੱਖ ਦਿੱਤੀ। ਸਾਰੀ ਜ਼ਿੰਦਗੀ ਬਾਬਾ ਜਵਾਲਾ ਸਿੰਘ ਜੀ ਜਦੋਂ ਉਹਨਾਂ ਨੇ ਸਰੀਰ ਛੱਡਿਆ, ਭਾਈ ਸੁਰਜਣ ਸਿੰਘ ਨੇ ਸਾਰੀ ਰਾਤ ਕੀਰਤਨ ਕੀਤਾ। ਇੱਕੋ ਹੀ ਟੇਕ ਤੇ ਪ੍ਰਮਾਣ ਦੇ ਦੇ ਕੇ ਗੁਰਮੁਖ ਜਨਮ ਸਵਾਰ ਦਰਗਾਹ ਚੱਲਿਆ। ਇਸ ਟੇਕ ਤੇ ਸਾਰੀ ਰਾਤ ਕੀਰਤਨ ਕੀਤਾ। ਅੰਦਰੋਂ ਗੱਲ ਕੱਢ ਦੇਣੀ ਉਸੇ ਵੇਲੇ। 39 ਪੌੜੀਆਂ ਭਾਈ ਗੋਪਾਲਾ ਜੀ ਪੜ ਗਏ। ਜਾਂ 40ਵੀਂ ਜਾ ਕੇ ਘੋੜਾ ਅੰਦਰ ਵੜ ਗਿਆ ਤੇ ਘੋੜਾ ਕੱਢ ਦਿੱਤਾ ਬਾਹਰ। ਚੱਕ ਵੀ ਘੋੜਾ ਅੰਦਰ ਜੀਵ ਦੇ ਹਿਰਦੇ ਦੀ ਗੱਲ ਫੜ ਲੈਣੀ। ਬਾਬਾ ਸੇਵਾ ਸਿੰਘ ਜੀ ਨੂੰ ਸੇਵਾ ਦਿੱਤੀ ਆਨੰਦਗੜ੍ਹ ਸਾਹਿਬ ਦੀ। ਬਾਬਾ ਕਨ੍ਹਈਆ ਸਿੰਘ ਜੀ ਤੋਂ ਬਾਅਦ ਸੰਤ ਮਹਾਰਾਜ ਜੀ ਹਰਖੋ ਵਾਲੀਏ ਕਹਿੰਦੇ ਸੇਵਾ ਸਿਆਂ ਤੂੰ ਸੇਵਾ ਕਰਾਇਆ ਕਰ। ਸੇਵਾ ਕਰਨ ਲੱਗ ਗਏ। ਬਾਬਾ ਜੀ ਕੋ ਮਾਇਆ ਕੱਟ ਗਈ ਤੇ ਬਾਬਾ ਸੇਵਾ ਸਿੰਘ ਜੀ ਹਰਖੋ ਵਾਲ ਫਿਰ ਆਏ। ਕਹਿੰਦੇ ਮਹਾਰਾਜ ਮਾਇਆ ਘਟ ਗਈ ਆ, ਝੁੰਡ ਕੱਢ ਗਈ ਆ। 10,000 ਰੁਪਈਆ ਦਿੱਤਾ ਮਹਾਰਾਜ ਨੇ। ਕਹਿਣ ਲੱਗੇ ਲੈ ਫੜੋ। 10,000 ਉਦੋਂ ਬਹੁਤ ਸੀ, ਹੁਣ ਤਾਂ ਕੋਈ ਮਹਿਨਾ ਨਹੀਂ ਰਖਾਉਂਦਾ। ਦੁਬਾਰਾ ਫੇਰ ਮਾਇਆ ਕੱਟ ਗਈ ਤੇ ਬਾਬਾ ਸੇਵਾ ਸਿੰਘ ਫੇਰ ਆਏ।
10,000 रुपया दे के महाराज कहन लगे, सेवा सिया मेरी एक गल सुन ला, अगे तो माया कट गई, किसी को मंगण ना जाई, गुरु ग्रंथ साहिब जी ने अरदास कर दी, माया पहुँच जूगी। वो महापुरुष अरदास इत्थे कीती होई फड़ लवे उत्थे, उन्होंने कहते भेद महापुरुष गुरु ग्रंथ साहिब जी के नाल भेद, ਜਿਹੜਾ कोई सवाल आउंदा नहीं सी, गुरु ग्रंथ साहिब जी का अर्थ नहीं पता लगता सी, वो अर्थ संत महाराज हरखो वालीए कर देंगे सी, बिल्कुल अनपढ़ स्कूल का मुँह भी नहीं देखिया। तो बाबा ज्ञान चंद जी के कोल फिर वो कहने, बाबा जी कहते महाराज अंदरे हिरदे च कहा भी चंगा वकील दसो कि मस्तां नूं की मतलब है इन्हां गल्लां नाल। महाराज अंतरजामी सन, कहते बाबा जी थले अदालत किहड़ी हुंदी आ? कहते महाराज जज हुंदा जी। कहते उहदे उत्ते, कहते उहदे उत्ते महाराज सैशन हुंदा जी। कहते उहदे उत्ते, कहते उहदे उत्ते महाराज हाई कोर्ट हुंदी आ जी। कहते उहदे उत्ते, कहते महाराज सुप्रीम कोर्ट हुंदी आ जी। कहते उहदे उत्ते, कहते उत्ते महाराज कोई नहीं जी। कहते मस्त उहदे उत्ते आ महाराज, कहते मस्त उहदे उत्ते आ। वो फिर लै इत्थे कुड़ी नूं लैके आ गए बाबा जी मस्तां दे कोल। मस्त कहते तड़के 4 बजे आ जाओ, तुहाडा केस ला देवांगे। उन्हां ते पहुँच ही नहीं होया। चारे अदालतां सी, चारे तख्त बनाए है गुरु गोबिंद सिंह साहब महाराज ने। चारे अदालतां सी, चारे तख्त बनाए। पंजवां तक कमेटी ने बना लिया, तख्त नहीं सी। पंजवां निहंग सिंह सी, पंजवां तख्त जिहड़े फरले वाले निहंग सिंह चलते फिरते निशान साहब बनाए सी। पंजवां तख्त बुढ़ा दल चलदा बहीर चक्रवर्ती, ये पंज तख्त बनाए सी। 4 अदालतां सी, चारे तख्त बनाए सी। एक तख्त ते फैसला नहीं होया, दूजे ते जावे, दूजे ते नहीं होया, तीजे ते जावे। अखीर फैसला हजूर साहब पहुँच जाता सी। 4 अदालतां बनाईयां सी। ऐसे महापुरुष संत बाबा ज्वाला सिंह जी महाराज जिहड़े हिरदे दे अंदर गल जान लैनी, ये की कहंदा की करना इहने। ऐसे महापुरखों की संगत बाबा दलीप सिंह जी नूं मिली। पहली बार भी बंदा कोई आके मत्था टेक के उहदा नां लैके बुलाउंदे हुंदे सी, नां लैके बुलाउणा। बाबा दलीप सिंह जी ने इन्ना प्रेम सी और ये बचन भी किया, जदों शरीर छड्डेगा तेरे कोल होवांगे। एक दिन बाबा जी ने थोड़ा जिहा संसा जिहा पै गया, शरीर थोड़ा ज़्यादा ढिला हो गया। उस वेले महाराज नूं चेते किया, जिहड़ा ब्रह्म है जिथों मर्जी प्रगट हो जाए। महाराज ने पुछया भी सी संत महाराज हरखोवालिया ने, महाराज साधु मर के भी संभाल कर सकता किसी की? कहते संत जी जे साधु मर के संभाल ना करे फिर जीवे होया, ब्रह्म ना होया। ब्रह्म तो जिथे मर्जी प्रगट हो जाना उन्हें। बाबा दलीप सिंह जी ने माड़ी जी अंदर इच्छा रखी महाराज नूं मिलने की। शाम नूं इत्थे आ गए, आनंदपुर साहिब तो आ गए। कहते बाबा जी चेते किया। कहते महाराज मैनू शक पै गई, खरे चले ही हाँ। कहते बाबा जी मेरी एक गल चेते रख लियो, दुनिया में कोई ऐसी ताकत नहीं जिहड़ी मेरी हाजिर होए तो बिना तुहानूं लै जावे। धर्मराजा सब तो उता, धर्मराजे तो मोहरे खड़े उन्होंने। एक बार कोई प्रेमी कहता महाराज धर्मराजा हेरा फेरी कर सकता किसी नाल? कहन लगे धर्मराजा हेरा फेरी करू, चक के बदल देवांगे, सानू सुखिया नहीं होया। वो गोंदवाल साहब की धरती ते एक बारी 84 कट्टण वास्ते संगतां बैठियां उनका तर्कां करते, लोग उहदा पानी की लोड़ सी, जे सी वो सी, इतिहास नूं बिगाड़ते हैं। ये संत महाराज जी हरखोवालिए जिन्होंने ब्रह्म ज्ञानी दुनिया ने मन्निया, ये उन्हों का बचन सी। वो संगत बाणी पढ़ती सी 84 पाठ जपजी साहब के। एक बजुर्ग उठिया, कहता महाराज ए जिहड़े पाठ करते 84 कट्टी जाऊगी जी? महाराज कहते हाँ भाई, गुरु अमरदास महाराज ने कहा, उन्हों का बचन है, कट्टे ही हो जाने। कहता महाराज जे ना कट होई जी, कहते धर्मराजा बदल देवांगे, ना कट होई धर्मराजा बदल देवांगे। तो एक नंगल पिंड है मजीठे के कोल, उत्थे प्रेमी ये कहता महाराज 10वें पातशाह ने 5 सिंघां दे सिर वड्डे सी, जोड़े किदां? कहते लिया तेरा वड़ देने, तेरे सामने जोड़ देना। ਜਿਹੜੇ जोड़न के समर्थ सी, बढ़ाने वाला नहीं तैयार होया, वो तो तैयार सी, कहते ले तेरे सामने वड़ दिने, हुणे जोड़ दिने। जिहड़ा ब्रह्म है, जिन्हों ब्रह्म का ज्ञान है, कली कली गल दुनिया दे कोई ऐसी गल नहीं सी जिहड़ी उन्हां तो संसा हल नहीं सी हुंदा। महापुरुष अवतारी पुरुष आउंदे ही संसे हल करना। दुनिया संसियां दा भरिया संसार है। ये संसार बेकार संसे मैं तरियो ब्रह्म ज्ञानी।
ब्रह्म ज्ञान की अवस्था पा के ये संस्या तो बंदा उत्ते उठ सकता, नहीं तो सारे संस्या में ये फसे हुए है। जिन्ना चिर संसा है उन्ना चिर मलीनता ही जाती नहीं। सहसे जियो मलीन है कित संजम धोता जाए, मन धोवो शब्द लाओ हरसों रहो चित लाए। मन नूं धोना तो शब्द नाल जुड़ना पऊगा। शब्द नाल तां जुड़ूगा जे अंदरों जिनका मोह टुटा परिवार नालों टुटूगा, तो शब्द नाल जुड़दा नहीं तो मन की पवित्रता ही हुंदी नहीं। ऐसे महापुरुषों की संगत जिन्होंने ब्रह्म अवस्था वाले साधु मन्निया। एक बार बाबा हरी सिंह साढ़े कथा करते होंगे सी, उन्होंने गुर भाई सन, होती मरदान तो उन्होंने पढ़न भेजिया सी। गली सत्तो वाली संत बाबा अमीर सिंह जी की टकसाल दे विचों पढ़े सी। बहुत लंबा समा अखीर तक उन्होंने कथा की जिंदगी पर। संत महाराज तो स्कूले गए ना सी, उदों पढ़ा नूं फौज में रख लेंदे हुंदे सी। तो एक दिन उन्होंने मन में आ गई, महाराज बैठे सी, बाबा हरी सिंह जी के मन में आ गई, मैं पढ़िया होया महाराज अनपढ़ आ, जिहड़ी कथा मैं जानदा महाराज जानते नहीं। अंतरजामी कहन लगे ज्ञानी जी अज तुसीं पढ़ो मैं कथा करदा। ज्ञानी हरी सिंह जी पढ़न लग गए गुरु ग्रंथ साहिब जी तो शब्द। वो अर्थ किए संत महाराज ने जिहड़े ज्ञानी हुणी सारी जिंदगी टकसाल चो सुने ना सी, वो अर्थ करके सुनाए। जिहड़े अर्थ सज्जू झीर ने लाल चंद नूं सुनाए सी, जिहड़े लाल चंद ने जिंदगी च सुने ही ना सी, वो अर्थ दुनिया की साइंस फेल कर दी। उत्थे गुरु साहिबा ने किसी नूं जवान दे सकती है, साइंस दे सकती है, किसी नूं सुनन ला सकती है, धार्मिक अवस्था में प्रवीण कर देना, सारा ज्ञान ही दे देना, ये हरेक बंदा नहीं दे सकता। दृष्टि करके अमृत दृष्ट पेखा है संत, अमृत भरी दृष्टि ना देखना, उन्होंने संत बना देना, वह जीवन बदल देना। ये साधुआं विच पावर है। हरेक बंदा नहीं ये गल कर सकता। गल्लां तां अज निंदिया ही करी जांदे साधुआं दी। उन्हां दा ख्याल वे साधु खरे दुनिया च मुक्के ही गए। गुरमुखो एक गल दा चेता रखियो, साधु तो कमाई वाला लभदे वे, अपनी भी तो होवे। जे मुंडा पढ़िया जादे तो कुड़ी थोड़ी पढ़ियो किदां उहदा मेला हो जू। उन्हें भाग भी तो बड़े चाहिए है। पूर्व कर्म अंकर जा प्रगटियो पेटियो पर खरसक बरागी, मिटियो अंधेर मिलत हर नानक जन्म जन्म की सोई जागी। बड़ा महापुरुष कमाई वाले पुरुषों को लभदा, दूजियां दा विश्वास ही नहीं बजदा। तो वो छज्जू चीर ने वो अर्थ करके सुनाए लाल चंद नूं। लाल चंद पैरों से डिग पिया, जिहड़ा कहंदा छोटा जिहा बच्चा है, इहनूं की पता। गुरु हरकृष्ण साहब महाराज के पैरों से डिग पिया, लम्मा पै के मत्था टेकिया। तो छज्जू ने बेनती की, महाराज मैनूं तो जिन्हों पता ही नहीं, जिंदगी च बोलिया ही नहीं, बंदे नूं की कहंदे आ, बीबी नूं की कहंदे, रोटी नूं की कहंदे, दाल नूं की कहंदे, गिलास नूं की कहंदे, पता ही नहीं किसी गल दा। उहनूं धार्मिक अवस्था दे देनी, ये आम बंदे की गल है तो कोई दे के दसे साइंस। और वो छज्जू ने फिर बेनती की बाद विच, कहन लग्या महाराज मेरे ते तुसीं बड़ी किरपा की, मैं तो जन्म तो मैनूं पता ही नहीं सी किसी गल का। महाराज ने तो कहा मंदबुद्धि बंदा लिया, उन्हें ये नहीं सी क्या गुंगा बोला लिया। उन्हें कहा जो सीधा जहा बंदा लिया, सिद्धड़ जिहा जिन्हों मंदबुद्धि कहा सी, ये थोड़ो कहा सी भी तू गुंगा बोला लिया के खड़ा कर दे। एक महाराज कहन लगे भाई ये गुरु नानक का कार्य है, दे के पछताउंदा नहीं है। हर कियां सदा सदा वडियाइयां दे ना पछोताए, दे के पछतावा एक रब नहीं करता, बाकी दुनिया करती है सारी। माता सलखणी नूं 7 दे हो गए, पछतावा नहीं किया वे 7 दे हो गए। कहंदे नहीं भाई ठीक है, गुरु नानक का कार्य है, दे के पछतावा नहीं किया। तां ऐसे पुरखों की संगत, महापुरखों की संगत, आम किसी पुरख नूं साधु पूर्ण लभदे आ। आप भावें पहली का विद्यार्थी होवे, प्रोफैसर फड़ लूगा उन्होंने, पहली वाले नूं प्रोफैसर नहीं फड़दा। वो कहंदा पहली वालियां को जा ऊड़े ऐड़े वालियां को। आप किसी को पता नहीं, जब बाणी शुद्ध नहीं है तो साधु लभदे पूर्ण, बाकियां दा करो नरादर। गुरमुखो जिहड़ा बाणी पढ़दा उसदा भी सत्कार है। कोई सुखमनी साहिब की बाणी पढ़दा, कोई 5 बाणियां पढ़दा, उन्हां दा सत्कार है। बाणी पढ़दे है, उन्हां नूं नमस्कार है। गुरबाणी लिखदी है, गुरबाणी लिखदी है ऐसे पुरुषों का जिहड़े भाई परमेश्वर के नाल जुड़े है। भावें कोई थोड़ा जुड़िया चाहे कोई बहुता जुड़िया, सारे ही नमस्कार योग है जिहड़े परमेश्वर के नाल जुड़ते हैं। ऐसे पुरखों की तुसीं याद मनाउण वास्ते बैठे हो। ये बड़ा पवित्र स्थान है जिथे संत बाबा दलीप सिंह जी ने लम्मा समा भगती की और बाद में दवाइयां दे दे के जीवां नूं भला कीता। पता नहीं किन्ने उन्हां दे कोल आए,
ਗਿਣਤੀ ਕੋਈ ਨਹੀਂ ਹੈ। ਬਾਬਾ ਮਨਜੀਤ ਸਿੰਘ ਜੀ ਜਿਨ੍ਹਾਂ ਦਾ ਬਹੁਤ ਪ੍ਰੇਮ ਹੈ। ਸਾਡਾ ਹੁਣ ਜ਼ਮੀਨ ਸੀ ਅਨੰਦਪੁਰ ਸਾਹਿਬ, ਮੈਨੂੰ ਕਈ ਵਾਰ ਬਾਬਾ ਜੀ ਦੀ ਗੱਲ ਚੇਤੇ ਆਈ। ਉਹ ਅਨੰਦਪੁਰ ਸਾਹਿਬ ਸਾਡੀ ਜ਼ਮੀਨ ਸੀ, ਚਲੋ ਲੰਮੀ ਚੌੜੀ ਗੱਲ ਹੈ। ਉੱਥੇ ਸੰਗਤ ਗਈ, ਬਾਬਾ ਜੀ ਨੇ ਮੈਨੂੰ ਸਗੋਂ ਉਲਾਂਭਾ ਦਿੱਤਾ ਇਸ ਗੱਲ ਦਾ, ਕਹਿੰਦੇ ਤੁਸੀਂ ਸਾਨੂੰ ਨਹੀਂ ਦੱਸਦੇ। ਮੈਂ ਕਿਹਾ ਸੂਰਮਿਆਂ ਦੀ ਗੱਲ ਹੈ, ਨਹੀਂ ਨਾ ਗੱਲਾਂ ਤੋਂ ਲੋਕ ਭੱਜਦੇ ਆ, ਤੇ ਲੜਾਈ ਵਿੱਚ ਕੌਣ ਜਾਵੇ। ਪਰ ਡਮੇਲੀ ਵਾਲਿਆਂ ਦਾ ਸਾਨੂੰ ਮਾਣ ਬੜਾ, ਜਦੋਂ ਸਾਨੂੰ ਜ਼ਰੂਰਤ ਪਈ ਹੈ ਖੜੇ ਹੋਏ ਆ ਕੇ। ਜਦੋਂ ਵੀ ਕਦੀ ਜ਼ਰੂਰਤ ਪਈ ਹੈ ਡੇਰੇ, ਜੇ ਕਣਕ ਦੀ ਵਾਢੀ ਕੀਤੀ ਤਾਂ ਵੀ ਡਮੇਲੀ ਵਾਲੇ ਆਉਂਦੇ ਰਹੇ, ਜੇ ਲੈਂਟਰ ਪਾਇਆ ਤਾਂ ਵੀ ਡਮੇਲੀ ਵਾਲੇ ਆਉਂਦੇ ਰਹੇ। ਹੁਣ ਸਾਡੇ ਤੇ ਇੱਕ ਉਹਨਾਂ ਨੇ ਲਾਂਭਾ, ਉਹ ਸੱਚਾ ਸੀ ਲਾਂਭਾ, ਅਸੀਂ ਮੰਨਦੇ ਹਾਂ ਸਾਡੀ ਗਲਤੀ ਹੈ। ਉਹ ਕਹਿੰਦੇ ਤੁਸੀਂ ਸਾਨੂੰ ਨਹੀਂ ਦੱਸਿਆ, ਇੱਦਾਂ ਦਾ ਕੰਮ ਹੋਵੇ ਸਾਨੂੰ ਦੱਸਿਆ ਕਰੋ। ਧਾਰਮਿਕ ਪੱਖ ਦੇ ਅੰਦਰ ਵੀ ਸੇਵਾ ਵਿੱਚ ਪ੍ਰਵੀਨ ਹੈ, ਤੇ ਗੁਰੂ ਨਾਨਕ ਦੀ ਸੇਵਾ ਜਿੱਦਾਂ ਦੀ ਵੀ ਹੋਵੇ ਉੱਥੇ ਤਤਪਰ ਹੈ। ਇਹ ਵੀ ਮਨ ਦੇ ਅੰਦਰ ਕੋਈ ਨਹੀਂ ਮੈਨੂੰ ਕੋ ਮੱਥਾ ਟੇਕੇ, ਇਹ ਵੀ ਮਨ ਦੇ ਅੰਦਰ ਕੋਈ ਨਹੀਂ ਮੈਂ ਸੇਵਾ ਕਰਦਾ ਮੇਰਾ ਕੋਈ ਸਤਿਕਾਰ ਕਰੇ। ਇਹ ਤੁਹਾਡੇ ਸਾਹਮਣੇ ਹੀ ਦੱਸਣ ਦੀ ਜ਼ਰੂਰਤ ਕੀ ਹੈ। ਮੈਂ ਤਾਂ ਨਮਸਕਾਰ ਕਰਦਾ ਇਹਨਾਂ ਨੂੰ, ਇਹਨਾਂ ਦੀ ਸੇਵਾ ਦੇਖ ਕੇ। ਐਡਾ ਵੱਡਾ ਕਾਰ ਵਿਹਾਰ ਹੈ, ਦੌੜੇ ਫਿਰਦੇ ਕਦੀ ਇੱਧਰ ਕਦੀ ਇੱਧਰ, ਨੌਜਵਾਨਾਂ ਨਾਲੋਂ ਜ਼ਿਆਦਾ ਚਾਲ ਹੈ। ਬਹੁਤ ਮੇਰੀ ਤਾਂ ਨਮਸਕਾਰ ਹੈ। ਮੈਂ ਬਾਬਾ ਜੀ ਤੋਂ ਕਈ ਵਾਰੀ ਮੇਰੇ ਮਨ 'ਚ ਵਿਚਾਰ ਆਈ, ਕਈਆਂ ਨੂੰ ਕਹੀਏ, ਉਹ ਕਹਿੰਦੇ ਲੜਾਈ 'ਚ ਕਿੱਥੇ ਜਾਣਾ। ਬਾਬਾ ਜੀ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਸਿੱਖਾਂ ਮੰਗਰ ਕਹਿੰਦੇ ਸਾਨੂੰ ਦੱਸਿਆ ਕਰੋ ਇੱਦਾਂ ਦਾ ਕੰਮ ਹੈ। ਅਨੰਦਪੁਰ ਸਾਹਿਬ ਸਾਡੀ ਧਰਤੀ ਸੀ, ਉਹ ਜ਼ਮੀਨ ਸਾਡੀ ਹੈ, ਉਹ ਸਾਡੇ ਕੋਲ ਰਜਿਸਟਰੀਆਂ ਪਈਆਂ, ਸਾਰਾ ਕੁਛ ਲੰਮੀ ਚੌੜੀ ਗੱਲ ਹੈ, ਉਹ ਦੱਸਣ ਵਾਲੀ ਨਹੀਂ ਹੈ। ਇਸ ਕਰਕੇ ਭਾਈ ਮੈਂ ਇਹਨਾਂ ਦਾ ਵੀ ਬਹੁਤ, ਬਾਬਾ ਅਵਤਾਰ ਸਿੰਘ ਜੀ ਰੋਪੜ ਤੋਂ ਆਏ ਆ, ਇਹਨਾਂ ਦਾ ਵੀ ਬੜਾ ਪ੍ਰੇਮ ਹੈ ਡਮੇਲੀ ਵਾਲਿਆਂ ਨਾਲ। ਇੱਥੇ ਬਾਬਾ ਜੀ ਆ ਕੇ ਅਖੰਡ ਪਾਠ ਵੀ ਰਖਾਉਂਦੇ ਹੁੰਦੇ ਆ, ਔਰ ਬੜੀ ਪ੍ਰੇਮ ਹੈ ਇਹਨਾਂ ਦਾ ਡਮੇਲੀ ਨਾਲ। ਤਕਰੀਬਨ ਗੇੜਾ ਜੇ ਹਰਖੋਆ ਜੋੜ ਮੇਲਾ ਤਾਂ ਵੀ ਇਹਨਾਂ ਨੇ ਡਮੇਲੀ ਗੇੜਾ ਪੱਕਾ ਰੱਖਣਾ ਹੀ ਹੈ। ਬੜਾ ਇਹਨਾਂ ਸਥਾਨਾਂ ਨਾਲ ਪ੍ਰੇਮ ਰੱਖਦੇ ਆ ਸਾਰੇ। ਜਿੰਨੇ ਤੁਸੀਂ ਗੁਰਮੁਖੇ ਗੱਲ ਲੈ ਕੇ ਜਾਇਆ ਕਰੋ, ਇੱਕ ਚੀਜ਼ ਇਕੱਠੀ ਕਰਦੇ ਚਲੇ ਜਾਈਏ, ਇੱਕ ਬੰਦਾ ਗੁਣੀ ਗਿਆਨੀ ਬਣ ਜਾਂਦਾ। ਇੱਕ ਗੁਣ ਲੈ ਜਾਇਆ ਕਰੋ। ਜਿਹੜਾ ਇਹ ਗੱਲ ਕਹਿੰਦਾ ਵੀ ਮੈਂ ਮਹਾਂਪੁਰਸ਼ਾਂ ਵਾਲੀ ਪਦਵੀ ਤੇ ਪਹੁੰਚ ਜਾਵਾਂ, ਇੱਕ ਇੱਕ ਪੌੜੀ ਕਰਕੇ ਪਹੁੰਚੂਗਾ। ਉਹ ਉੱਚੇ ਥਾਂ ਚੜ੍ਹਨਾ ਹੋਵੇ, ਪੌੜੀਆਂ ਚੜ੍ਹਨੀਆਂ ਪੈਂਦੀਆਂ, ਸਾਹ ਵੀ ਲੱਗਦਾ, ਸਰੀਰ ਥੱਕਦਾ ਵੀ ਹੈ, ਪਸੀਨਾ ਵੀ ਆਉਂਦਾ। ਜੇ ਥੱਲੇ ਨੂੰ ਜਾਣਾ ਹੋਵੇ ਧੱਕਾ ਮਾਰੋ, ਸਾਰੀਆਂ ਪੌੜੀਆਂ ਪਾਰ ਕਰ ਜਾਂਦਾ ਮਿੰਟੋ ਮਿੰਟ। ਜਦ ਪੌੜੀ ਚੜ੍ਹਨਾ ਮਿਹਨਤ ਕਰਨੀ ਪੈਣੀ ਆ। ਜੇ ਕੋਈ ਕਹਿੰਦਾ ਮੇਰੇ ਅੰਦਰ ਨਾਮ ਵਸ ਜਾਵੇ, ਜੇ ਕਿਸੇ ਦੀ ਇੱਛਾ ਹੈ, ਉਹ ਪਹਿਲੀ ਪੌੜੀ, ਦੂਜੀ ਪੌੜੀ, ਤੀਜੀ ਪੌੜੀ ਮੈਂ ਦੱਸ ਦਿੰਦਾ, ਉਹ ਕਰਿਆ ਕਰੋ। ਸਾਰੇ ਗੁਰੂ ਗ੍ਰੰਥ ਸਾਹਿਬ ਜੀ ਦਾ ਗਿਆਨ ਲਿਖ ਕੇ ਨਾ ਗੁਰੂ ਅਰਜਨ ਦੇਵ ਮਹਾਰਾਜ ਨੇ ਬਾਅਦ ਵਿੱਚ ਇੱਕ ਗੱਲ ਲਿਖੀ ਹੈ ਅਖੀਰ ਦੇ ਵਿੱਚ। ਕਹਿੰਦੇ ਭਾਈ ਇਹਦੇ ਵਿੱਚ ਤਿੰਨ ਚੀਜ਼ਾਂ ਅਸੀਂ ਰੱਖੀਆਂ, ਇਹਦੇ ਵਿੱਚ ਤਿੰਨ ਚੀਜ਼ਾਂ। ਇੱਕ ਤਾਂ ਸਤ ਰੱਖਿਆ, ਇੱਕ ਸੰਤੋਖ ਰੱਖਿਆ, ਇੱਕ ਵਿਚਾਰ ਰੱਖੀ ਆ। ਸੱਚੀ ਗੱਲ ਲਿਖੀ ਆ, ਔਰ ਸੱਚੇ ਬਚਨ ਲਿਖੇ, ਔਰ ਜੋ ਕੁਛ ਵਰਤਿਆ ਉਹ ਲਿਖਿਆ। ਸੰਤੋਖੀ ਪੁਰਖਾਂ ਦੀ ਬਾਣੀ ਲਿਖੀ ਹੈ। ਜਿਹੜਾ ਇਹਨੂੰ ਪੜੂਗਾ ਸੰਤੋਖੀ ਵੀ ਹੋਊਗਾ ਤੇ ਸੱਚ ਵੀ ਬੋਲੇਗਾ। ਜਿਹੜਾ ਸੱਚ ਨਹੀਂ ਬੋਲਦਾ ਉਹ ਸੰਤੋਖੀ ਨਹੀਂ ਹੁੰਦਾ, ਲੋਭੀ ਝੂਠ ਬੋਲਦਾ। ਜਿਨ੍ਹਾਂ ਦੇ ਅੰਦਰ ਦੋ ਗੱਲਾਂ ਹੋਣ, ਉਹਨਾਂ ਨੇ ਨਾਮ ਨੂੰ ਮੁੱਖ ਨਹੀਂ ਰੱਖਿਆ। ਗੁਰੂ ਅਰਜਨ ਦੇਵ ਮਹਾਰਾਜ ਨੇ ਕਹਿੰਦੇ ਸੱਚੋਂ ਉਰੇ ਸਭ ਕੋ ਉੱਪਰ ਸੱਚ ਚਾਰ, ਸਭ ਤੋਂ ਪਹਿਲਾਂ ਸੱਚ ਸਭਨਾ ਕਾ ਖਸਮ ਹੈ। ਪਹਿਲਾਂ ਉਹਨੇ ਕਿਹਾ ਇਹਦੇ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਤਿੰਨ ਗੱਲਾਂ ਹੈ। ਮਨੁੱਖ ਸੱਚ ਬੋਲਦਾ ਹੋਵੇ, ਜਿਹੜਾ ਝੂਠ ਬੋਲਦਾ ਭਾਵੇਂ ਸਾਰੀ ਜ਼ਿੰਦਗੀ ਗੁਟਕਾ ਫੜ ਕੇ ਬੈਠਾ ਰਹੇ, ਕੋਈ ਪੌੜੀ ਨਹੀਂ ਚੜੂਗਾ। ਜਿਹੜਾ ਝੂਠ ਬੋਲਦਾ ਝੂਠ ਛੱਡ ਦੇਵੇ, ਚਾਹੇ ਹਾਸੇ ਭਾਣੇ ਬੋਲੇ ਤਾਂ ਵੀ ਉਹਨੇ ਅਸਰ ਕਰਨਾ। ਜ਼ਹਿਰ ਨੂੰ ਤੁਸੀਂ ਹਾਸੇ ਭਾਣੇ ਖਾ ਲਓ ਤਾਂ ਵੀ ਅਸਰ ਕਰਦੀ ਆ, ਜਾਣ ਬੁੱਝ ਕੇ ਖਾ ਲਓ, ਅਣਜਾਣ ਪੁਣੇ 'ਚ ਖਾ ਲਓ, ਜ਼ਹਿਰ ਨੇ ਅਸਰ ਕਰ ਦੇਣਾ। ਜਿਹੜਾ ਝੂਠ ਬੋਲਦਾ ਉਹ ਸਾਰੀ ਜ਼ਿੰਦਗੀ ਗੁਟਕਾ ਫੜ ਕੇ ਬੈਠਾ ਰਹੇ, ਕਦੀ ਵੀ ਮੰਜ਼ਿਲ ਨਹੀਂ ਤੈਅ ਕਰੂਗਾ। ਦੂਜੇ ਨੰਬਰ ਤੇ ਸੰਤੋਖ। ਸੰਤੋਖ ਹੁੰਦਾ ਜੋ ਪਰਮੇਸ਼ਰ ਨੇ ਦਿੱਤਾ, ਉਹਦੇ ਸੰਤੋਖ ਕਰਕੇ ਕਿਸੇ ਦੀ ਚੀਜ਼ ਨੂੰ ਹਥਿਆਉਣਾ ਨਹੀਂ ਹੈ, ਕਿਸੇ ਦਾ ਹੱਕ ਨਹੀਂ ਖਾਣਾ। ਤੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੇ ਕਿਹਾ ਗੁਰਪੀਰ ਹਮਾ ਤਾਂ ਪਰੇ ਜਾ ਮਰਦਾਰ ਨਾ ਖਾਏ, ਹੱਕ ਪਰਾਇਆ ਨਾਨਕਾ ਉਸ ਸੂਰਸ ਗਾਏ। ਜਿਹਦੇ ਅੰਦਰ ਦੋ ਗੁਣ ਹੋਣ, ਸੱਚ ਤੇ ਸੰਤੋਖ, ਕਹਿੰਦੇ ਇਹ ਜਿਹੜੀ ਵਿਚਾਰ ਹੈ ਗੁਰੂ ਗ੍ਰੰਥ ਸਾਹਿਬ ਜੀ ਦੇ, ਉਹਦੇ ਅੰਦਰ ਟਿਕਣ ਲੱਗ ਪਊਗੀ, ਪਤਾ ਲੱਗਣ ਲੱਗ ਪਊ ਗੁਰੂ ਨੇ ਕੀ ਕਿਹਾ, ਨਹੀਂ ਤਾਂ ਪਤਾ ਨਹੀਂ ਲੱਗਣਾ। ਜਿਹਦੇ ਅੰਦਰ ਤਿੰਨੇ ਚੀਜ਼ਾਂ ਆ ਗਈਆਂ, ਚੌਥੀ ਚੀਜ਼ ਫਿਰ ਆਪੇ ਟਿਕ ਜਾਣੀ। ਅੰਮ੍ਰਿਤ ਨਾਮ ਠਾकुर का पयो जिसका सब सुधारो। चौथी जगह ਤੇ ਅੰਮ੍ਰਿਤ ਰੂਪੀ ਪਰਮੇਸ਼ਰ ਦਾ ਨਾਮ ਹੈ,
वो चौथी पौड़ी ते आके मिलूगा। पहला 3 पौड़ियां चढ़नियां पैणगियां। जिहड़ा बंदा झूठ बोलदा वो भावें गुटका रख देवे, फिर सच बोले फिर गुटका बाणी पवा थोड़ी घट पढ़ लवे। सच नाल ही जुड़ना। सच्चा परमेश्वर है, सच्चा साहिब एक तू जिन सच्चो सच बरताया। जिस तू देह तस मिले सच ता तिनी सच कमाया। सतगुर मिलिए सच पाया, जिनके हिरदे सच बसाया। मूर्ख सच ना जाननी, मनमुखी जन्म गवाया। विच दुनिया काहे आए। एक गल लैके जाओ, जिहड़ा झूठ बोलदा झूठ छड्ड दिओ। जिहड़ा किसी दा हक खांदा जां किसी दी चीज़ नूं दबदा छड्ड दिओ उहदा खैड़ा। तां तरक्की हो सकदी, नहीं तो सारी जिंदगी सुनाने वाले सुना के चले गए ते सुनने वाले सुन के चले गए, तरक्की कोई हुई ना। सो मैं सारिਆਂ ਦਾ ਧੰਨਵਾਦ। बाबा अवतार सिंह जी, चलो ये भी चंगा होया, इन्हां दे भी दर्शन हो गए। हुण ਇਹ ਸਮਾਂ साध संगत जी इदां दा ही है। चेता रखियो कलयुग का प्रभाव है। जदों हरनाकश आया सी ना सतयुग विच, उन्हें कहा सी कोई मंदिर कोई भी मंदिर धार्मिक स्थान खुला ना होवे, कोई रब का नां ना लवे, केवल मैं ही रब हाँ, होर कोई नहीं है। अज भी तुसी जाके देख लो, साडा एक स्थान पंचकूले विच पूहणी साहब है, जिन्हें मनसा देवी के नाले आले दुआले मंदिर है। सारिਆਂ ਦੇ टल बन दिते है भी टल खड़के ना, इन्हां लोकां नूं सुणे ना टल मंदिरां विच खड़कदा। और मैं आप कहंदे सुने आ भी लंगर नहीं वरताउणा ते प्रसाद भी वरताउणा नहीं है। गुरुद्वारे चंडीगढ़ सारे ही बंद है। सवेर नूं 8 वजे जिंदे लग जाते हैं और जिंदे ला के साध संगत सारे लंगर बंद है। एक थोड़ा लंगर केवल चलदा उत्थे कूहणी साहब, बाकी नाडा साहब भी लंगर बंद है। ये जिहड़े काम है कलयुग का प्रभाव है। तो ठेके कहते रात को 10 बजे तक खुले आ, उत्थे जिन्नी मर्जी भीड़ हो जाए। जिथे रब की उस्तत वडियाई करनी है उत्थे भीड़ ना होवे। ये कलयुग का प्रभाव है। जिन्हें करोना ना मरना भावें अंदर लुक जाए, उन्हें मरना करोना नाल ही है। जिन्हें नहीं मरना भावें करोना जिथे मर्जी घूमी जाए, उन्होंने करोना ने की कहना। मरन लखाए मंडल में आए, खंडा पिरथ में साज के जिन सब संसार पाया। पहला मारन का ढंग लिखिया, मरना किदां इहने बाद च पैदा किया उन्होंने। जे पहला मरना नहीं लिखिया तो बाद च आके कई तो फिर मरदे ही नहीं। उन्होंने मारन का तरीका लिखिया। हरनाकश ने मरना नहीं सी, भावें सारा यतन कर लेंदे। उन्होंने मारन का तरीका पहला लिख दिता भी ऐदां मारिया जाऊगा। ये ਉਹਦੀਆਂ ਸਾਰੀਆਂ ਸ਼ਰਤਾਂ ਪੂਰੀਆਂ ਕਰ ਦਿੱਤੀਆਂ। ਇਸ ਕਰਕੇ ਗੁਰਮੁਖੋ ਡਰਨੇ ਡੁਰਨੇ ਦੀ ਜ਼ਰੂਰਤ ਨਹੀਂ ਹੈ। ਜਦੋਂ ਸੰਤ ਮਹਾਰਾਜ ਜੀ ਹਰਖੋਵਾਲ ਆਏ ਸਨ 1918 ਵਿੱਚ ਆਏ ਆ, ਉਦੋਂ ਪਲੇਗ ਪਈ ਸੀ। ਸਨ 20 ਵਿੱਚ ਸਮਾਪਤ ਹੋਈ ਹੈ। ਲੋਕ ਘਰਾਂ ਨੂੰ ਛੱਡ ਗਏ ਸੀ, ਪਿੰਡਾਂ ਨੂੰ ਛੱਡ ਗਏ ਸੀ, ਬਾਹਰ ਜੰਗਲਾਂ ਵਿੱਚ ਲੈ ਕੇ ਜਾ ਕੇ ਚਲ ਗਏ ਜਿੱਥੇ ਚੂਹੇ ਨਾ ਹੋਣ। ਘਰਾਂ ਵਿੱਚ ਚੂਹੇ ਸੀ, ਚੂਹਿਆਂ ਤੋਂ ਫੈਲਦੀ ਸੀ। ਇੱਕ ਬੰਦੇ ਨੂੰ ਸਾੜ ਕੇ ਆਉਂਦੇ ਸੀ, ਦੂਆ ਆਉਂਦੇ ਨੂੰ ਲੰਮਾ ਪਿਆ ਹੁੰਦੇ ਕਿ ਘਰ 'ਚੋਂ 6-6 ਅਰਥੀਆਂ ਉੱਠ ਜਾਂਦੀਆਂ ਸੀ। ਇਹ ਉਸ ਵੇਲੇ ਵੀ ਹੋਇਆ। ये 100 साल बाद मुड़ के छाणना लग्या। संत महाराज जी हरखवाल जी दस्या करते सन, भाई यह समा वरत रहा है, परमेश्वर का नाम जपिया करो। अगे तो अगे समा भयानक है। अगे तो अगे गाह तो गाह कारोबार ठप्प हो गया। पिछला जोड़ा बंद है वह हुण असर दिसण विच आया। बैंकां बंद होण नूं कर दियां, पैसे थोड़े पता नहीं उन्होंने देने कि नहीं देने। ये कलयुग का प्रभाव है। सारे भाई परमेश्वर का नाम जपिया करो। करोना कुछ नहीं कहता तुहानूं। ये चेता रखा करो, गुरु दरबार में मत्था टेकन गया मूँह नहीं बन्नना, बाहर बन लो जिथे मर्जी बन्नी जाओ। सारिਆਂ ਦਾ ਧੰਨਵਾਦ जी। एक बार असना पवित्र करो जी। वाहिगुरू जी का खालसा, वाहिगुरू।